ਹੈਲੋ एवरीवन ਕਿਵੇਂ ਹੋ ਸਾਰੇ। ਉਮੀਦ ਕਰਦਾ ਕਿ ਤੁਸੀਂ ਸਭ ਵਧੀਆ ਹੋਵੋਗੇ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਨਵੀਂ ਵੀਡੀਓ। ਅੱਜ ਦਾ ਫਰੈਂਡਸ ਬੇਸਿਕਲੀ ਟੌਪਿਕ ਹੈ ਅਗਰੀ ਔਰ ਡਿਸਐਗਰੀ ਐਸੇ ਟਾਈਪ। ਅੱਜ ਆਪਾਂ ਕਵਰ ਕਰਾਂਗੇ ਟੂ ਵਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ ਐਸੇ ਟਾਈਪ ਕੁਐਸਚਨ। ਫਰੈਂਡਸ ਇਹਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ ਸਟੂਡੈਂਟਸ ਨੂੰ। ਬਹੁਤ ਸਾਰੇ ਸਟੂਡੈਂਟ ਇਹ ਗੱਲ ਨੂੰ ਲੈ ਕੇ ਕਨਫਿਊਜ਼ ਰਹਿੰਦੇ ਨੇ ਕਿ ਸਰ ਇਸ ਐਸੇ ਟਾਈਪ ਦੇ ਵਿੱਚ 70-30 ਜਾਈਏ ਜਾਂ 50-50 ਜਾਈਏ, ਕਦੋਂ 50-50 ਜਾਣਾ ਹੈ ਤੇ ਕਦੋਂ 70-30% ਕਰਨਾ ਹੈ। ਤਾਂ ਅੱਜ ਆਪਾਂ ਫਰੈਂਡਸ ਕਲੀਅਰ ਕਰਾਂਗੇ ਇਹਦਾ ਸਟਰਕਚਰ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਪੜ੍ਹਾਵਾਂਗਾ ਟੂ ਵਟ ਐਕਸਟੈਂਟ ਵਾਲਾ ਪੂਰਾ ਐਸੇ ਤੇ ਆਪਾਂ ਦੇਖਾਂਗੇ ਕਿ ਕੀ ਯੂਨੀਕ ਚੀਜ਼ ਮੈਂ ਅੱਜ ਤੁਹਾਨੂੰ ਪੜ੍ਹਾਉਣ ਜਾ ਰਿਹਾ। ਜਿਹੜਾ ਫਰੈਂਡਸ ਅੱਜ ਆਪਾਂ ਐਸੇ ਕਰਾਂਗੇ ਉਹ 8 ਬੈਂਡ ਵਾਲਾ ਐਸੇ ਹੋਵੇਗਾ। ਸਭ ਤੋਂ ਪਹਿਲਾਂ ਤਾਂ ਫਰੈਂਡਸ ਆਪਾਂ ਇਹਦਾ ਸਟਰਕਚਰ ਦੇਖਦੇ ਹਾਂ ਟੂ ਵਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ ਐਸੇ ਟਾਈਪ ਦਾ। ਬੇਸਿਕਲੀ ਫਰੈਂਡਸ ਇਹਦਾ ਸਟਰਕਚਰ ਇਹ ਹੈ, ਇਹਨੂੰ ਆਪਾਂ ਦੋ ਤਰ੍ਹਾਂ ਦੇ ਨਾਲ ਕਰ ਸਕਦੇ ਹਾਂ। ਪਹਿਲਾ ਤਾਂ ਹੈਗਾ ਫਰੈਂਡਸ 70-30 ਕਿ ਆਪਾਂ 70-30 ਦੀ ਰੇਸ਼ੋ ਦੇ ਵਿੱਚ ਕਰ ਸਕਦੇ ਹਾਂ ਇਸ ਐਸੇ ਟਾਈਪ ਨੂੰ। ਦੂਸਰਾ ਫਰੈਂਡਸ 50-50। ਫਰੈਂਡਸ ਬਹੁਤ ਸਾਰੇ ਸਟੂਡੈਂਟ ਦਾ ਕੁਐਸਚਨ ਹੈ ਕਿ ਸਰ 50-50 ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ। ਤਾਂ ਇੱਥੇ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਫਰੈਂਡਸ। ਸਭ ਤੋਂ ਪਹਿਲਾਂ ਤੁਸੀਂ ਸਟੇਟਮੈਂਟ ਦੇਖੋ। ਸਟੇਟਮੈਂਟ 'ਚ ਹੈ ਟੂ ਵਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ। ਇਹਦਾ ਮੀਨਿੰਗ ਇਹ ਬਣਦਾ ਫਰੈਂਡਸ ਕਿ ਕਿਸ ਹੱਦ ਤੱਕ ਤੁਸੀਂ ਅਗਰੀ ਹੋ। ਜੇਕਰ ਤੁਸੀਂ ਐਸੇ ਨਾਲ ਐਗਰੀ ਹੋ ਤਾਂ ਕਿਸ ਹੱਦ ਤੱਕ ਹੋ, ਜੇਕਰ ਤੁਸੀਂ ਡਿਸਐਗਰੀ ਹੋ ਤਾਂ ਕਿਸ ਹੱਦ ਤੱਕ ਹੋ। ਹੁਣ ਆਪਣੀ ਉਹ ਹੱਦ ਹੋ ਸਕਦੀ ਹੈ 70-30 ਵੀ ਹੋ ਸਕਦੀ ਹੈ ਕਿ ਮੈਂ 70% ਐਗਰੀ ਹਾਂ 30% ਡਿਸਐਗਰੀ ਹਾਂ। ਉਹ 50-50 ਵੀ ਹੋ ਸਕਦੀ ਹੈ ਕਿ ਮੈਂ ਪਾਰਸ਼ਲੀ ਐਗਰੀ ਵੀ ਹਾਂ ਤੇ ਡਿਸਐਗਰੀ ਵੀ ਹਾਂ ਇਸ ਦੇ ਨਾਲ। ਉਹ ਆਪਣੇ ਤੇ ਡਿਪੈਂਡ ਕਰਦਾ ਹੈ। ਇਸ ਕਰਕੇ ਫਰੈਂਡਸ ਆਪਣੇ ਕੋਲ ਇਹਦੇ 'ਚ ਚੁਆਇਸ ਹੁੰਦੀ ਹੈ ਕਿ ਆਪਾਂ 50-50 ਵੀ ਜਾ ਸਕਦੇ ਹਾਂ ਤੇ 70-30 ਵੀ ਜਾ ਸਕਦੇ ਹਾਂ। ਹੁਣ ਆਪਾਂ ਦੇਖਦੇ ਹਾਂ ਫਰੈਂਡਸ 70-30 ਦਾ ਜੋ ਸਟਰਕਚਰ ਹੈ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਟਾਈਪ ਐਸੇ ਦੇ ਲਈ। 70-30 ਦੇ ਵਿੱਚ ਫਰੈਂਡਸ ਆਪਾਂ ਸਭ ਤੋਂ ਪਹਿਲਾਂ ਲਿਖਾਂਗੇ ਇੰਟਰੋਡਕਸ਼ਨ। ਇੰਟਰੋਡਕਸ਼ਨ ਦਾ ਫਰੈਂਡਸ ਕਾਮਨ ਹੈ ਸਾਰੇ ਐਸੇ ਟਾਈਪ ਦੇ ਵਿੱਚ। ਪਹਿਲਾਂ ਆਪਾਂ ਇੰਟਰੋਡਕਸ਼ਨ ਹੀ ਲਿਖਦੇ ਹਾਂ। ਇੰਟਰੋਡਕਸ਼ਨ ਦੇ ਵਿੱਚ ਫਰੈਂਡਸ ਆਪਾਂ ਕਰਾਂਗੇ ਰੀਫਰੇਜ਼। ਜਿਹੜਾ ਵੀ ਆਪਣੇ ਕੋਲ ਸੈਂਟੈਂਸ ਦਿੱਤਾ ਹੋਵੇਗਾ, ਸਟੇਟਮੈਂਟ ਦਾ ਜੋ ਵੀ ਸੈਂਟੈਂਸ ਹੈ, ਜੋ ਵੀ ਆਪਣੀ ਸਟੇਟਮੈਂਟ ਹੈ, ਉਹਨੂੰ ਸਭ ਤੋਂ ਪਹਿਲਾਂ ਆਪਾਂ ਰੀਫਰੇਜ਼ ਕਰਾਂਗੇ ਇੰਟਰੋਡਕਸ਼ਨ ਦੇ ਵਿੱਚ। ਉਸ ਤੋਂ ਬਾਅਦ ਫਰੈਂਡਸ ਆਪਾਂ ਦੇਵਾਂਗੇ ਥੀਸਿਸ ਲਾਈਨ ਕਿ ਆਪਾਂ ਕਿਸ ਦੇ ਵੱਲ ਆਪਾਂ ਐਗਰੀ ਹੋਣ ਜਾ ਰਹੇ ਹਾਂ ਇਸ ਐਸੇ ਦੇ ਵਿੱਚ ਜਾਂ ਡਿਸਐਗਰੀ ਹੋਣ ਜਾ ਰਹੇ ਹਾਂ। ਰੀਫਰੇਜ਼ ਪਲੱਸ ਥੀਸਿਸ ਲਾਈਨ ਨੂੰ ਮਿਲਾ ਕੇ ਫਰੈਂਡਸ ਇੰਟਰੋਡਕਸ਼ਨ ਬਣ ਜਾਂਦੀ ਹੈ ਹਰ ਇੱਕ ਐਸੇ ਦੀ। ਉਸ ਤੋਂ ਬਾਅਦ ਕੀ ਆਊਗਾ ਫਰੈਂਡਸ, ਉਸ ਤੋਂ ਬਾਅਦ ਆਊਗਾ BP1 ਜਿਹਨੂੰ ਆਪਾਂ ਕਹਿੰਦੇ ਹਾਂ ਬੋਡੀ ਪੈਰਾਗ੍ਰਾਫ 1। ਜੇਕਰ ਆਪਾਂ ਐਗਰੀ ਜਾ ਰਹੇ ਹਾਂ ਇੱਕ ਐਸੇ ਦੇ ਨਾਲ 70-30 ਦਾ ਐਸੇ ਕਰ ਰਹੇ ਹਾਂ ਐਗਰੀਮੈਂਟ ਦਾ, ਜੇਕਰ ਆਪਾਂ ਐਗਰੀ ਜਾ ਰਹੇ ਤਾਂ BP1 ਹੈ ਜੋ ਇਹ ਯਾਦ ਰੱਖਿਓ ਕਿ ਉਹ ਡਿਸਐਗਰੀ ਦਾ ਬਣਾਉਣਾ ਹੈ, ਡਿਸਐਗਰੀ ਵਾਲੇ ਪੁਆਇੰਟਸ ਦਾ। BP1 ਦੇ ਵਿੱਚ ਆਪਾਂ ਡਿਸਐਗਰੀ ਹੋਣਾ ਹੈ ਜੇਕਰ ਆਪਾਂ ਐਗਰੀ ਜਾ ਰਹੇ ਹਾਂ 70-30 ਦੇ ਐਸੇ ਦੇ ਵਿੱਚ। ਇੱਕ ਫੈਕਟ ਹੈ ਫਰੈਂਡਸ, ਇਹ ਤੁਹਾਨੂੰ ਬਾਅਦ ਚੋਂ ਦੱਸਾਂਗੇ। ਉਸ ਤੋਂ ਬਾਅਦ ਹੈ ਫਰੈਂਡਸ BP2। ਜੇਕਰ ਆਪਾਂ ਐਗਰੀ ਜਾ ਰਹੇ ਹਾਂ ਪਹਿਲਾ BP ਆਊਗਾ ਡਿਸਐਗਰੀ ਦਾ, ਦੂਸਰੇ BP ਦੇ ਵਿੱਚ ਆਪਾਂ ਨੇ ਐਗਰੀ ਵਾਲੇ ਪੁਆਇੰਟ ਲਿਖਣੇ ਨੇ। ਦੂਸਰੇ BP 'ਚ ਆਪਾਂ ਐਗਰੀ ਹੋ ਜਾਵਾਂਗੇ ਉਸ ਦੇ ਨਾਲ ਜੋ ਵੀ ਆਪਣੀ ਸਟੇਟਮੈਂਟ ਹੈ। ਫਿਰ ਆ ਜਾਊਗਾ ਫਰੈਂਡਸ BP3 ਬੋਡੀ ਪੈਰਾਗ੍ਰਾਫ 3। BP3 ਦੇ ਵਿੱਚ ਵੀ ਆਪਾਂ ਐਗਰੀ ਜਾਵਾਂਗੇ, ਜੋ ਵੀ ਆਪਣੀ ਸਟੇਟਮੈਂਟ ਹੈ ਉਹਦੇ ਨਾਲ ਆਪਾਂ BP3 ਦੇ ਵਿੱਚ ਵੀ ਐਗਰੀ ਜਾਵਾਂਗੇ। ਹੁਣ ਦੇਖੋ ਫਰੈਂਡਸ BP1 ਡਿਸਐਗਰੀ ਦਾ ਬਣ ਜੂ ਜੇਕਰ ਐਗਰੀ ਆਪਾਂ 70-30 ਦੇ ਵਿੱਚ, BP2 ਐਗਰੀ ਦਾ ਬਣ ਜੂ ਤੇ BP3 ਐਗਰੀ ਦਾ ਬਣ ਜੂ। ਐਂਡ ਤੇ ਆ ਜਾਊਗਾ ਫਰੈਂਡਸ ਕਨਕਲੂਜਨ। ਕਨਕਲੂਜਨ ਆਪਾਂ ਉਸ ਦੇ ਅਕੋਰਡਿੰਗ ਕੱਢਾਂਗੇ ਕਿ ਆਪਾਂ ਐਗਰੀ ਜਾ ਰਹੇ ਹਾਂ ਜਾਂ ਡਿਸਐਗਰੀ। ਉਸ ਹਿਸਾਬ ਨਾਲ ਆਪਾਂ ਐਂਡ ਤੇ ਫਰੈਂਡਸ ਕਨਕਲੂਜਨ ਕੱਢ ਦਾਂਗੇ ਉਹਦਾ। ਜੇਕਰ ਫਰੈਂਡਸ ਆਪਾਂ ਡਿਸਐਗਰੀ ਹੋ ਰਹੇ ਹਾਂ 70-30 ਲੈ ਕੇ ਚੱਲ ਰਹੇ ਹਾਂ 70-30 ਦੀ ਰੇਸ਼ੋ 'ਚ ਡਿਸਐਗਰੀਮੈਂਟ ਦਾ ਐਸੇ ਲਿਖ ਰਹੇ ਹਾਂ ਤਾਂ ਸਿੰਪਲ ਹੈ ਫਰੈਂਡਸ, ਬਸ ਜਿੱਥੇ ਡਿਸਐਗਰੀ ਹੈ BP1 ਉੱਥੇ ਐਗਰੀ ਦਾ ਆ ਜਾਏਗਾ ਪੈਰਾਗ੍ਰਾਫ, ਤੇ ਜਿੱਥੇ ਆਪਣੇ ਕੋਲ ਐਗਰੀ ਦੇ BP2 BP3 ਇੱਥੇ ਆਪਣੇ ਡਿਸਐਗਰੀ ਦੇ ਪੈਰਾਗ੍ਰਾਫਸ ਹੋ ਜਾਣਗੇ। ਐਂਡ ਤੇ ਕਨਕਲੂਜਨ ਨਿਕਲ ਜੂਗਾ। ਜਿਸ ਹਿਸਾਬ ਨਾਲ ਆਪਾਂ ਡਿਸਐਗਰੀ ਹੋ ਰਹੇ ਹਾਂ ਉਸ ਦੇ ਅਕੋਰਡਿੰਗ ਹੀ ਕਨਕਲੂਜਨ ਨਿਕਲ ਜੂਗਾ। ਫਰੈਂਡਸ ਹਰ ਇੱਕ ਰਾਈਟਿੰਗ ਟਾਸਕ 2 ਦੀ ਜਿਹੜੀ ਮੇਨ ਲਾਈਨ ਹੁੰਦੀ ਹੈ ਉਹ ਹੁੰਦੀ ਹੈ ਥੀਸਿਸ ਲਾਈਨ। ਇਹ ਤੇ ਫਰੈਂਡਸ ਥੋੜੀ ਜ਼ਿਆਦਾ ਗੌਰ ਕਰਿਆ ਕਰੋ ਕਿਉਂਕਿ ਇਹੀ ਦੱਸਦੀ ਹੈ ਕਿ ਆਪਾਂ ਐਸੇ ਦੇ ਵਿੱਚ ਕਿਹੜਾ ਪੱਖ ਲੈਣ ਜਾ ਰਹੇ ਹਾਂ, ਐਗਰੀ ਹੋਣ ਜਾ ਰਹੇ ਹਾਂ ਜਾਂ ਡਿਸਐਗਰੀ ਹੋਣ ਜਾ ਰਹੇ ਹਾਂ। ਬਹੁਤ ਸਾਰੇ ਸਟੂਡੈਂਟ ਕੀ ਕਰਦੇ ਨੇ ਥੀਸਿਸ ਲਾਈਨ ਦੇ ਵਿੱਚ ਤਾਂ ਐਗਰੀ ਲਿਖ ਦਿੰਦੇ ਨੇ ਜਾਂ ਡਿਸਐਗਰੀ, ਤੇ ਜਿਹੜਾ ਅਗਲਾ ਐਸੇ ਹੈ ਅੱਗੇ ਜਾ ਕੇ ਉਹਨਾਂ ਕੋਲ ਪੁਆਇੰਟ ਘੱਟ ਵੱਧ ਜਾਂਦੇ ਨੇ ਤੇ ਉਹ ਅਗਲਾ ਐਸੇ ਕੁਝ ਹੋਰ ਲਿਖ ਦਿੰਦੇ ਨੇ। ਜਿਵੇਂ ਕਿ ਥੀਸਿਸ ਦੇ ਵਿੱਚ ਤੁਸੀਂ ਐਗਰੀ ਲਿਖਤਾ ਤੇ ਅੱਗੇ ਜਾ ਕੇ ਤੁਸੀਂ ਡਿਸਐਗਰੀ ਹੋ ਗਏ ਉਹਦੇ ਨਾਲ, ਬਟ ਕਈ ਵਾਰ ਉਹ ਥੀਸਿਸ ਲਾਈਨ ਨੂੰ ਚੇਂਜ ਕਰਨਾ ਭੁੱਲ ਜਾਂਦੇ ਨੇ ਤੇ ਜਿਹਦੇ ਕਰਕੇ ਫਰੈਂਡਸ ਤੁਹਾਡਾ ਸਾਰਾ ਐਸੇ ਹੀ ਗਲਤ ਹੋ ਜਾਊਗਾ। ਕਿਉਂਕਿ ਥੀਸਿਸ ਲਾਈਨ ਹੀ ਅਜਿਹੀ ਲਾਈਨ ਹੈ ਜਿਹੜੀ ਦੱਸਦੀ ਹੈ ਕਿ ਤੁਸੀਂ ਕਿੱਧਰ ਕਿਹੜੀ ਸਾਈਡ ਜਾ ਰਹੇ ਹੋ।
ਆਪਣੇ ਐਸੇ ਦੇ ਵਿੱਚ। ਹੁਣ ਫਰੈਂਡਸ ਆਪਾਂ ਗੱਲ ਕਰਦੇ ਹਾਂ 50-50 ਵਾਲਾ ਜਿਹੜਾ ਐਸੇ ਹੈ, ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਦਾ, ਉਹ 50-50 ਵਾਲੇ ਐਸੇ ਦਾ ਕੀ ਸਟਰਕਚਰ ਹੈ। 50-50 ਵਾਲੇ ਐਸੇ ਦੇ ਵਿੱਚ ਵੀ ਫਰੈਂਡਸ ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਕਰਾਂਗੇ। ਇੰਟਰੋਡਕਸ਼ਨ ਦੇ ਵਿੱਚ ਆਪਾਂ ਰੀਫਰੇਜ਼ ਕਰਾਂਗੇ ਜਿਹੜੀ ਵੀ ਆਪਾਂ ਨੂੰ ਸਟੇਟਮੈਂਟ ਹੈ। ਰੀਫਰੇਜ਼ ਕਰਨ ਤੋਂ ਬਾਅਦ ਆਪਾਂ ਇੱਕ ਥੀਸਿਸ ਲਾਈਨ ਦੇਵਾਂਗੇ। ਹੁਣ ਫਰੈਂਡਸ ਇੱਕ ਗੱਲ ਦੀ ਗੌਰ ਕਰਿਓ ਕਿ ਜਿਹੜੀ 50-50 ਦੀ ਥੀਸਿਸ ਲਾਈਨ ਹੈ ਤੇ ਜਿਹੜੀ 70-30 ਦੀ ਥੀਸਿਸ ਲਾਈਨ ਹੈ, ਇਹਦੇ ਵਿੱਚ ਬਹੁਤ ਵੱਡਾ ਡਿਫਰੈਂਸ ਆਉਂਦਾ ਹੈ। ਕਦੇ ਵੀ ਤੁਸੀਂ ਥੀਸਿਸ ਲਾਈਨ ਨੂੰ ਰਟਿਆ ਨਾ ਕਰੋ ਤੇ ਮਾਈਂਡ ਨਾਲ ਬਣਾਇਆ ਕਰੋ ਕਿ ਥੀਸਿਸ ਲਾਈਨ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਕਿ ਆਪਾਂ ਐਸੇ ਦੇ ਨਾਲ ਕਿਵੇਂ ਜਾ ਰਹੇ ਹਾਂ ਤੇ ਆਪਾਂ ਨੇ ਕੀ ਕਰਨਾ ਐਸੇ ਦੇ ਵਿੱਚ, ਉਸ ਅਕੋਰਡਿੰਗ ਥੀਸਿਸ ਲਾਈਨ ਨੂੰ ਬਣਾਇਆ ਕਰੋ। ਹੁਣ ਜਿਹੜੀ 50-50 ਦੀ ਥੀਸਿਸ ਲਾਈਨ ਹੈ ਉਹਦੇ ਵਿੱਚ ਇੱਕ ਵਰਡ ਪੱਕਾ ਯੂਜ਼ ਕਰਿਆ ਕਰੋ, ਪਾਰਸ਼ਲੀ। ਜਿਵੇਂ ਕਿ ਫਰੈਂਡਸ ਆਪਾਂ ਕਹਿ ਸਕਦੇ ਹਾਂ ਆਈ ਪਾਰਸ਼ਲੀ ਅਗਰੀ ਵਿਦ ਦਿਸ ਸਟੇਟਮੈਂਟ ਜਾਂ ਆਈ ਪਾਰਸ਼ਲੀ ਅਗਰੀ ਵਿਦ ਦਿਸ ਨੋਸ਼ਨ, ਕਿ ਇਸ ਸਟੇਟਮੈਂਟ ਨਾਲ ਮੈਂ ਅੱਧਾ ਅਗਰੀ ਹਾਂ ਅੱਧਾ ਡਿਸਐਗਰੀ ਹਾਂ। ਇਹਦਾ ਇਹ ਸਿੰਪਲ ਮਤਲਬ ਬਣ ਗਿਆ। ਇਸ ਤਰ੍ਹਾਂ ਫਰੈਂਡਸ 50-50 ਦੀ ਜਿਹੜੀ ਥੀਸਿਸ ਲਾਈਨ ਹੈ ਉਹਦੇ 'ਚ ਪਾਰਸ਼ਲੀ ਵਰਡ ਜ਼ਰੂਰ ਆਉਂਦਾ ਹੈ ਤੇ ਉਹ ਪਾਰਸ਼ਲੀ ਵਰਡ ਦਾ ਮਤਲਬ ਹੁੰਦਾ ਕਿ ਮੈਂ ਅੱਧਾ ਕੁ ਐਗਰੀ ਹਾਂ ਅੱਧਾ ਕੁ ਮੈਂ ਡਿਸਐਗਰੀ ਹਾਂ। ਇਸ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖਿਆ ਕਰੋ ਥੀਸਿਸ ਲਾਈਨ ਨੂੰ। ਉਸ ਤੋਂ ਬਾਅਦ ਫਰੈਂਡਸ ਜਿਹੜਾ ਆਪਾਂ BP1 ਕਰਦੇ ਹਾਂ ਉਹਦੇ ਵਿੱਚ ਆਪਾਂ ਐਗਰੀ ਵੀ ਹੋ ਸਕਦੇ ਹਾਂ ਡਿਸਐਗਰੀ ਵੀ ਹੋ ਸਕਦੇ ਹਾਂ, ਉਹ ਆਪਣੀ ਚੁਆਇਸ ਹੈ। BP2 ਉਸ ਤੋਂ ਉਲਟ ਕਰਨਾ ਹੈ, ਜਿਵੇਂ ਕਿ ਆਪਾਂ BP1 'ਚ ਐਗਰੀ ਹੋ ਗਏ, ਉਹ ਆਪਣਾ 50% ਹੋ ਗਿਆ ਕਿ ਮੈਂ ਐਗਰੀਮੈਂਟ ਦੇ ਇਹ ਪੁਆਇੰਟ ਸ਼ੋਅ ਕਰ ਚੁੱਕਿਆ। ਉਸ ਤੋਂ ਬਾਅਦ ਫਿਰ ਆਪਾਂ ਨੇ ਡਿਸਐਗਰੀ ਦਾ ਲਿਖਣਾ ਹੈ ਅਗਲਾ BP, ਤੇ ਉਸ ਤੋਂ ਬਾਅਦ ਫਰੈਂਡਸ ਆਪਣਾ ਆ ਜਾਂਦਾ ਕਨਕਲੂਜਨ। ਕਨਕਲੂਜਨ ਵੀ ਦੋਨਾਂ ਨੂੰ ਮਿਲਾ ਕੇ ਜੋ ਵੀ ਆਪਣੇ ਐਸੇ ਦਾ ਨਿਕਲਦਾ ਓਵਰਆਲ, ਉਹਨੂੰ ਆਪਾਂ ਕਨਕਲੂਜਨ ਬਣਾ ਕੇ ਲਿਖਦੇ ਨੇ ਕਨਕਲੂਜਨ ਦੇ ਵਿੱਚ। ਤਾਂ ਇਹੀ ਡਿਫਰੈਂਸ ਹੁੰਦਾ ਫਰੈਂਡਸ ਇਹਨਾਂ ਦੇ ਸਟਰਕਚਰ ਦੇ ਵਿੱਚ। ਹੁਣ ਆਪਾਂ ਸਟਾਰਟ ਕਰਦੇ ਹਾਂ ਫਰੈਂਡਸ ਆਪਣਾ ਐਸੇ, ਜਿਹੜਾ ਕਿ ਮੈਂ ਤੁਹਾਡੇ ਲਈ 70-30 ਪੋਰਸ਼ਨ ਦਾ ਐਸੇ ਲੈ ਕੇ ਆਇਆ। ਟੂ ਵਟ ਐਕਸਟੈਂਟ ਡੂ ਯੂ ਐਗਰੀ ਡਿਸਐਗਰੀ ਵਾਲਾ ਐਸੇ ਹੈ। ਸਭ ਤੋਂ ਪਹਿਲਾਂ ਫਰੈਂਡਸ ਆਪਣੇ ਕੋਲ ਇੱਕ ਸਟੇਟਮੈਂਟ ਹੈ, ਟੂਡੇਜ਼ ਸਕੂਲਸ ਸ਼ੁੱਡ ਟੀਚ ਦੇਅਰ ਸਟੂਡੈਂਟਸ ਹਾਊ ਟੂ ਸਰਵਾਈਵ ਫਾਈਨੈਂਸ਼ੀਅਲੀ ਇਨ ਦੀ ਵਰਲਡ ਟੂਡੇ। ਟੂ ਵਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ ਵਿਦ ਦਿਸ ਸਟੇਟਮੈਂਟ। ਇਹਦਾ ਸਿੰਪਲੀ ਇਹ ਮਤਲਬ ਬਣ ਗਿਆ ਫਰੈਂਡਸ ਕਿ ਸਕੂਲਸ ਨੂੰ ਟੀਚ ਕਰਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਕਿ ਕਿਸ ਤਰ੍ਹਾਂ ਫਾਈਨੈਂਸ਼ੀਅਲੀ ਸਰਵਾਈਵ ਕਰਨਾ ਹੈ ਅੱਜ ਕੱਲ੍ਹ ਦੇ ਵਰਲਡ ਦੇ ਵਿੱਚ, ਕਿ ਅੱਜ ਕੱਲ੍ਹ ਦਾ ਜਿਹੜਾ ਨਵਾਂ ਸੰਸਾਰ ਹੈ ਇਸ ਨਵੇਂ ਯੁੱਗ ਦੇ ਵਿੱਚ, ਕਿ ਉਹ ਕਿਵੇਂ ਫਾਈਨੈਂਸ਼ੀਅਲੀ ਵਧੀਆ ਸਰਵਾਈਵ ਕਰ ਸਕਦੇ ਨੇ, ਕਿਸ ਤਰ੍ਹਾਂ ਸਰਵਾਈਵ ਕਰਨਾ ਚਾਹੀਦਾ ਹੈ, ਉਹ ਟੀਚ ਕਰਨਾ ਚਾਹੀਦਾ ਸਕੂਲ ਨੂੰ, ਉਹਨਾਂ ਦੇ ਸਟੂਡੈਂਟਸ ਨੂੰ। ਹੁਣ ਸਰਵਾਈਵ ਫਾਈਨੈਂਸ਼ੀਅਲ ਦਾ ਮਤਲਬ ਹੈ ਕਿ ਜੇਕਰ ਉਹਨਾਂ ਕੋਲ ਪੈਸਾ ਹੈ, ਬੱਚਿਆਂ ਕੋਲ ਉਹਨਾਂ ਕੋਲ ਕੋਈ ਮਨੀ ਆਉਂਦੀ ਹੈ, ਤਾਂ ਉਹਨਾਂ ਨੇ ਕਿਵੇਂ ਉਹਨੂੰ ਮੇਨਟੇਨ ਕਰਨਾ ਹੈ, ਕਿਵੇਂ ਉਹਨੂੰ ਖਰਚਣਾ ਹੈ, ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਖਰਚਣ ਤੋਂ ਪਹਿਲਾਂ। ਜੇਕਰ ਉਹ ਅਮੀਰ ਹੁੰਦੇ ਨੇ ਤਾਂ ਉਹਨਾਂ ਨੇ ਕਿਵੇਂ ਮੈਨੇਜ ਕਰਨਾ ਹੈ ਆਪਣੀ ਮਨੀ ਨੂੰ, ਆਪਣੀ ਧਨ ਦੌਲਤ ਨੂੰ, ਤੇ ਜੇਕਰ ਉਹ ਗਰੀਬ ਹੁੰਦੇ ਨੇ ਤਾਂ ਕਿਵੇਂ ਮੈਨੇਜ ਕਰਨੀ ਹੈ। ਕਿ ਫਾਈਨੈਂਸ ਜੋ ਵੀ ਉਹਨਾਂ ਦਾ ਖਰਚਾ ਹੈ, ਜੋ ਵੀ ਉਹਨਾਂ ਕੋਲ ਕੋਈ ਮਨੀ ਹੈ, ਕੋਈ ਜਾਇਦਾਦ ਹੈ, ਕਿ ਉਹਨੂੰ ਕਿਵੇਂ ਮੇਨਟੇਨ ਕਰਨਾ ਹੈ, ਕਿਵੇਂ ਫਾਈਨੈਂਸ਼ੀਅਲੀ ਸਰਵਾਈਵ ਕਰਨਾ ਹੈ ਇਸ ਵਰਲਡ ਦੇ ਵਿੱਚ, ਉਹ ਸਾਰਾ ਕੁਝ ਟੀਚ ਕਰਨਾ ਚਾਹੀਦਾ ਹੈ ਸਕੂਲ ਨੂੰ ਆਪਣੇ ਸਟੂਡੈਂਟਸ ਨੂੰ। ਹੁਣ ਆਪਾਂ ਸਟਾਰਟ ਕਰਦੇ ਹਾਂ ਫਰੈਂਡਸ ਟਾਸਕ 2, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ 6 ਬੈਂਡ ਵਾਲੇ ਤੇ ਇੱਕ 8 ਬੈਂਡ ਵਾਲੇ ਸਟੂਡੈਂਟ ਦੀ ਰਾਈਟਿੰਗ ਦੇ ਵਿੱਚ ਕੀ ਡਿਫਰੈਂਸ ਹੈ। ਸਭ ਤੋਂ ਪਹਿਲਾਂ ਫਰੈਂਡਸ ਆਪਾਂ ਨੇ ਇਹਦੀ ਲਿਖਣੀ ਹੈ ਇੰਟਰੋਡਕਸ਼ਨ। ਇੰਟਰੋਡਕਸ਼ਨ ਦੇ ਵਿੱਚ ਇੱਕ ਤਾਂ ਆਪਾਂ ਨੇ ਰੀਫਰੇਜ਼ ਕਰਨਾ ਹੈ ਜੋ ਵੀ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ, ਜੋ ਵੀ ਕੁਐਸਚਨ ਹੈ ਆਪਣਾ। ਦੂਸਰਾ ਆਪਾਂ ਨੇ ਇੱਕ ਥੀਸਿਸ ਲਾਈਨ ਐਡ ਕਰਨੀ ਹੈ ਜਿਹਦੇ ਨਾਲ ਆਪਾਂ ਦੱਸਾਂਗੇ ਕਿ ਅਸੀਂ ਐਗਰੀ ਵੱਲ ਜਾ ਰਹੇ ਹਾਂ ਜਾਂ ਡਿਸਐਗਰੀ ਵੱਲ। ਤਾਂ ਦੇਖਦੇ ਹਾਂ ਫਰੈਂਡਸ, ਸਿੰਸ ਦਾ 21st century is commenced, there is no doubt that children spend their most of time in school. Therefore, along with other skills, schools should also teach students to maintain their financial budget. Although this strategy has some disagreement points, however, its agreement points overpower them. ਹੁਣ ਸਮਝੋ ਫਰੈਂਡਸ, ਸਭ ਤੋਂ ਪਹਿਲਾਂ ਆਪਾਂ ਨੇ ਦਿੱਤੀ ਹੈ ਇੰਟਰੋਡਕਸ਼ਨ। ਇੰਟਰੋਡਕਸ਼ਨ ਦੇ ਵਿੱਚ ਜਨਰਲੀ ਕੀ ਕੁਛ ਆਉਂਦਾ ਹੈ, ਰੀਫਰੇਜ਼ ਪਲੱਸ ਥੀਸਿਸ ਲਾਈਨ। ਹੁਣ ਦੇਖੋ ਫਰੈਂਡਸ, ਸਿੰਸ ਤੋਂ ਲੈ ਕੇ ਫਾਈਨੈਂਸ਼ੀਅਲ ਬਜਟ ਤੱਕ ਆਪਾਂ ਨੇ ਰੀਫਰੇਜ਼ਿੰਗ ਕੀਤੀ ਹੈ ਟਾਸਕ ਸਟੇਟਮੈਂਟ ਦੀ। ਹੁਣ ਦੇਖੋ ਆਪਾਂ ਰੀਫਰੇਜ਼ਿੰਗ ਕਰਨ ਦਾ ਜਿਹੜਾ ਆਪਣਾ ਤਰੀਕਾ ਸੀ ਉਹ ਬਿਲਕੁਲ ਡਿਫਰੈਂਟ ਸੀ। ਬਹੁਤ ਸਾਰੇ ਸਟੂਡੈਂਟ ਫਰੈਂਡਸ ਕੀ ਕਰਦੇ ਨੇ ਕਿ ਉਹ ਸਿਨੋਨਿਮ ਤਾਰ ਦਿੰਦੇ ਨੇ ਟਾਸਕ ਸਟੇਟਮੈਂਟ ਦੇ,
ਜਿਵੇਂ ਟੂਡੇ ਦਾ ਸਿਨੋਨਿਮ ਉਤਾਰਤਾ, ਸਕੂਲ ਦਾ, ਜਾਂ ਕੁਝ ਵੀ ਵਰਡ ਟੂ ਵਰਡ ਸਿਨੋਨਿਮਸ ਉਤਾਰ ਕੇ ਲਿਖ ਦਿੰਦੇ ਨੇ ਤੇ ਉਹਦੀ ਰੀਫਰੇਜ਼ਿੰਗ ਕਰ ਦਿੰਦੇ ਨੇ। ਉਹ ਤਾਂ ਫਰੈਂਡਸ ਹੋ ਗਈ ਇੱਕ 6 ਬੈਂਡ ਵਾਲੀ ਰੀਫਰੇਜ਼ਿੰਗ ਜਾਂ 5.5 ਬੈਂਡ ਵਾਲੀ ਰੀਫਰੇਜ਼ਿੰਗ। ਬਟ ਜਿਹੜੀ ਆਪਾਂ ਨੇ ਕੀਤੀ ਹੈ, ਓਵਰਆਲ ਸਟੇਟਮੈਂਟ ਪੜ੍ਹੀ ਤੇ ਉਹਦੇ 'ਚ ਇੱਕ ਜਨਰਲ ਲਾਈਨ ਤੇ ਰੀਫਰੇਜ਼ਿੰਗ ਦੋਨਾਂ ਨੂੰ ਮਿਕਸ ਕਰਕੇ, ਕੰਬਾਈਨ ਕਰਕੇ ਇੱਕੋ ਲਾਈਨ ਦੇ ਵਿੱਚ ਆਪਾਂ ਨੇ ਉਹ ਸਾਰੀ ਰੀਫਰੇਜ਼ਿੰਗ ਕਰਤੀ, ਜਿਹੜੀ ਕਿ ਬੜੀ ਇਫੈਕਟਿਵ ਬਣ ਗਈ। ਹੁਣ ਫਰੈਂਡਸ ਇਹਦਾ ਮੀਨਿੰਗ ਦੇਖੋ ਪਹਿਲਾਂ ਕਿ ਇਹਦਾ ਮੀਨਿੰਗ ਕੀ ਬਣ ਗਿਆ। ਇਹਦਾ ਮੀਨਿੰਗ ਬਣ ਗਿਆ ਕਿ ਜਦੋਂ ਤੋਂ 21ਵੀਂ ਸਦੀ ਚੱਲੀ ਹੈ, ਕਮੈਂਸ ਹੋਈ ਹੈ, ਸਟਾਰਟ ਹੋਈ ਹੈ 21ਵੀਂ ਸਦੀ ਜਦੋਂ ਤੋਂ, ਇਹਦੇ 'ਚ ਕਹਿੰਦੇ ਕੋਈ ਸ਼ੱਕ ਨਹੀਂ ਕਿ ਜਿਹੜੇ ਚਿਲਡਰਨ ਨੇ ਉਹ ਆਪਣਾ ਮੋਸਟ ਆਫ ਟਾਈਮ ਹੈ ਜਿਹੜਾ ਉਹ ਸਕੂਲ ਦੇ ਵਿੱਚ ਸਪੈਂਡ ਕਰਦੇ ਨੇ। ਇਸ ਲਈ ਹੋਰ ਸਕਿੱਲਸ ਦੇ ਨਾਲ ਨਾਲ ਸਕੂਲ ਨੂੰ ਚਾਹੀਦਾ ਹੈ ਕਿ ਉਹ ਸਟੂਡੈਂਟਸ ਨੂੰ ਟੀਚ ਕਰੇ ਥੋੜ੍ਹਾ ਬਹੁਤਾ ਫਾਈਨੈਂਸ਼ੀਅਲ ਬਜਟ ਬਾਰੇ। ਕਿ ਹੋਰ ਸਕਿੱਲਸ ਤਾਂ ਸਕੂਲ ਟੀਚ ਕਰਦਾ ਹੀ ਹੈ, ਜਿਵੇਂ ਕਿ ਗੇਮਸ ਬਹੁਤ ਸਾਰੀਆਂ ਅਤੇ ਕਈ ਹੋਰ ਸਕਿੱਲਸ ਵੀ ਜਿਹੜੇ ਸਕੂਲ ਦੇ ਵਿੱਚ ਟੀਚ ਕੀਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਅੱਜ ਕੱਲ੍ਹ। ਉਸ ਦੇ ਨਾਲ ਨਾਲ ਸਕੂਲ ਨੂੰ ਫਾਈਨੈਂਸ਼ੀਅਲ ਬਜਟ ਦੀ ਮੇਨਟੇਨੈਂਸ ਬਾਰੇ ਵੀ ਕੁਝ ਸਕਿੱਲਸ ਟੀਚ ਕਰਨੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਫਾਈਨੈਂਸ਼ੀਅਲ ਬਜਟ ਦੇ ਰਿਲੇਟਡ ਨੇ। ਕੁਝ ਉਹ ਸਕਿੱਲਸ ਵੀ ਸਕੂਲ ਨੂੰ ਟੀਚ ਕਰਨੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਫਰੈਂਡਸ ਆਪਾਂ ਨੇ ਕੀ ਕੀਤਾ, ਉਸ ਤੋਂ ਬਾਅਦ ਆਪਾਂ ਨੇ ਇੱਕ ਥੀਸਿਸ ਸਟੇਟਮੈਂਟ ਦੇ ਦਿੱਤੀ ਇੰਟਰੋਡਕਸ਼ਨ ਦੇ ਵਿੱਚ। ਰੀਫਰੇਜ਼ਿੰਗ ਕਰਤੀ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਨੇ ਦਿੱਤੀ ਹੈ ਥੀਸਿਸ ਸਟੇਟਮੈਂਟ। ਇਹ ਸਟਾਰਟ ਹੁੰਦੀ ਹੈ ਆਲਦੋ ਤੋਂ। ਆਲਦੋ ਦਿਸ ਸਟ੍ਰੈਟਜੀ ਹੈਜ਼ ਸਮ ਡਿਸਅਗਰੀਮੈਂਟ ਪੁਆਇੰਟਸ, ਹਾਊਐਵਰ ਇਟਸ ਅਗਰੀਮੈਂਟ ਪੁਆਇੰਟਸ ਓਵਰਪਾਵਰ ਦੈਮ। ਹੁਣ ਦੇਖੋ ਫਰੈਂਡਸ, ਜਿਹੜਾ ਇੱਕ 6 ਬੈਂਡ ਵਾਲਾ ਸਟੂਡੈਂਟ ਹੈ, ਇੱਕ 5.5 ਬੈਂਡ ਵਾਲਾ ਸਟੂਡੈਂਟ ਹੈ, ਉਹਨੇ ਕੀ ਕਰਨਾ ਹੈ, ਉਹਨੇ ਥੀਸਿਸ ਲਾਈਨ ਲਿਖਣੀ ਹੈ ਜਿਹੜੀ ਕਿ ਉਹਨੂੰ ਦਿੱਤੀ ਜਾਵੇਗੀ ਇੰਸਟੀਟਿਊਟ ਦੁਆਰਾ। ਉਹ ਇੰਸਟੀਟਿਊਟ ਦੀ ਥੀਸਿਸ ਲਾਈਨ ਦਿੱਤੀ ਹੋਈ ਹੈ ਜੋ ਬਹੁਤ ਸਾਰੇ ਸਟੂਡੈਂਟ ਉਹ ਯੂਜ਼ ਕਰਦੇ ਨੇ, ਆਲਮੋਸਟ 99% ਯੂਜ਼ ਕਰਦੇ ਨੇ ਜੋ ਥੀਸਿਸ ਲਾਈਨ ਤੁਹਾਡਾ ਇੰਸਟੀਟਿਊਟ ਤੁਹਾਨੂੰ ਦਿੰਦਾ ਹੈ। ਕਾਪੀ ਪੇਸਟ ਕਰਦੇ ਨੇ ਥੀਸਿਸ ਲਾਈਨ ਨੂੰ। ਜਿਨ੍ਹਾਂ ਦੇ ਬੈਂਡ ਸਕੋਰ ਹੈ 6 ਰਹਿ ਜਾਂਦਾ ਹੈ ਜਾਂ 5.5 ਰਹਿ ਜਾਂਦਾ ਹੈ। ਜਿਹੜਾ ਇੱਕ 8 ਬੈਂਡ ਵਾਲਾ ਸਟੂਡੈਂਟ ਹੈ ਉਹ ਕੀ ਕਰੂਗਾ, ਉਹ ਫਰੈਂਡਸ ਆਪਣੇ ਅਕੋਰਡਿੰਗ ਆਪਣੇ ਵੱਲੋਂ ਥੀਸਿਸ ਲਾਈਨ ਬਣਾਊਗਾ ਤੇ ਉਹਨੂੰ ਇੱਕ ਇਫੈਕਟਿਵ ਲਾਈਨ ਦੇ ਵਿੱਚ ਕਨਵਰਟ ਕਰਕੇ ਐਗਜ਼ਾਮੀਨਰ ਅੱਗੇ ਪ੍ਰੈਜ਼ੈਂਟ ਕਰੂਗਾ। ਹੁਣ ਦੇਖੋ ਥੀਸਿਸ ਲਾਈਨ, ਇਹਦੇ 'ਚ ਇੱਕ ਸੈਂਟੈਂਸ ਵੇਰੀਏਸ਼ਨ ਹੈ। ਆਲਦੋ ਦਿਸ ਸਟ੍ਰੈਟਜੀ ਹੈਜ਼ ਸਮ ਡਿਸਐਗਰੀਮੈਂਟ ਪੁਆਇੰਟਸ, ਹਾਊਐਵਰ ਇਟਸ ਅਗਰੀਮੈਂਟ ਪੁਆਇੰਟਸ ਓਵਰਪਾਵਰ ਦੈਮ। ਇਹਦਾ ਮਤਲਬ ਹੈ ਫਰੈਂਡਸ ਕਿ ਭਾਵੇਂ, ਆਲਦੋ ਦਾ ਮਤਲਬ ਹੈ ਭਾਵੇਂ ਇਹਦੇ ਕੁਝ ਡਿਸਐਗਰੀਮੈਂਟ ਪੁਆਇੰਟਸ ਨੇ, ਪਰ ਇਹਦੇ ਜਿਹੜੇ ਅਗਰੀਮੈਂਟ ਪੁਆਇੰਟਸ ਨੇ ਉਹ ਓਵਰਪਾਵਰ ਕਰਦੇ ਨੇ ਡਿਸਐਗਰੀਮੈਂਟ ਪੁਆਇੰਟਸ ਨੂੰ। ਜਿਹੜੇ ਅਗਰੀਮੈਂਟ ਪੁਆਇੰਟਸ ਨੇ ਉਹ ਜ਼ਿਆਦਾ ਹਾਵੀ ਨੇ ਜਾਂ ਉਹ ਜ਼ਿਆਦਾ ਨੇ ਡਿਸਐਗਰੀਮੈਂਟ ਪੁਆਇੰਟਸ ਤੋਂ। ਹੁਣ ਆਪਾਂ ਨੇ ਥੀਸਿਸ ਦੇ ਵਿੱਚ ਕੀ ਸ਼ੋਅ ਕਰਤਾ ਕਿ ਇਹਦੇ ਕੁਝ ਡਿਸਐਗਰੀਮੈਂਟ ਪੁਆਇੰਟ ਹੈਗੇ ਨੇ, ਬਟ ਜਿਹੜੇ ਅਗਰੀਮੈਂਟ ਪੁਆਇੰਟ ਨੇ ਉਹ ਜ਼ਿਆਦਾ ਨੇ। ਕਿ ਆਪਾਂ ਅਗਰੀਮੈਂਟ ਪੁਆਇੰਟ ਜ਼ਿਆਦਾ ਡਿਸਕ੍ਰਾਈਬ ਕਰਾਂਗੇ ਕਿ ਆਪਾਂ ਟਾਸਕ ਦੇ ਵਿੱਚ 70-30 ਜਾ ਰਹੇ ਹਾਂ। ਇਹ ਆਪਾਂ ਨੇ ਥੀਸਿਸ ਦੇ ਵਿੱਚ ਐਕਸਪਲੇਨ ਕਰਤਾ ਇੱਕ ਡਿਫਰੈਂਟ ਵੇ ਦੇ ਨਾਲ। ਆਪਾਂ ਨੇ ਉਹ ਲਾਈਨਸ ਨਹੀਂ ਲਿਖਣੀਆਂ ਜਿਹੜੀਆਂ ਇੰਸਟੀਟਿਊਟ ਨੇ ਆਪਾਂ ਨੂੰ ਰੱਟੀਆਂ ਰਟਾਈਆਂ ਪ੍ਰੋਵਾਈਡ ਕਰਵਾਤੀਆਂ, ਕਾਪੀ ਪੇਸਟ ਕਰਨ ਦੇ ਲਈ ਦੇਤੀਆਂ। ਆਪਾਂ ਉਹ ਲਾਈਨ ਦੇ ਅਕੋਰਡਿੰਗ ਨਹੀਂ ਥੀਸਿਸ ਲਿਖੀ, ਆਪਾਂ ਨੇ ਆਪਣੇ ਕੋਲੋਂ ਬਣਾਈ ਹੈ ਤੇ ਇਫੈਕਟਿਵ ਬਣਾਈ ਹੈ। ਹੁਣ ਅੱਗੇ ਸਟਾਰਟ ਕਰਦੇ ਹਾਂ ਫਰੈਂਡਸ। ਅੱਗੇ ਸਭ ਤੋਂ ਪਹਿਲਾਂ ਆਪਾਂ ਨੇ 70-30 ਵਾਲਾ ਹੁਣ ਸਟਰਕਚਰ ਅਪਲਾਈ ਕਰ ਲੈਣਾ ਹੈ ਕਿ ਸਭ ਤੋਂ ਪਹਿਲਾਂ ਆਪਾਂ ਇਹਦੇ ਨਾਲ ਜਾ ਰਹੇ ਹਾਂ ਅਗਰੀ। ਤੇ ਹੁਣ ਆਪਣਾ ਜਿਹੜਾ ਪਹਿਲਾ BP ਹੈ ਬੋਡੀ ਪੈਰਾਗ੍ਰਾਫ 1, ਉਹ ਹੈ ਜੋ ਉਹ ਡਿਸਅਗਰੀ ਦਾ ਬਣੇਗਾ। ਹੁਣ ਆਪਾਂ ਸਟਾਰਟ ਕਰਦੇ ਹਾਂ ਅੱਗੇ ਫਰੈਂਡਸ। ਕਮੈਂਸਿੰਗ ਵਿਦ ਵਾਈ ਦਿਸ ਐਸਪੈਕਟ ਸ਼ੁੱਡ ਨਾਟ ਬੀ ਕੰਸੀਡਰਡ ਐਜ਼ ਅ ਸਕੂਲ ਰਿਸਪੋਂਸਿਬਿਲਿਟੀ। ਕਿ ਮੈਂ ਸਟਾਰਟ ਕਰਨ ਜਾ ਰਿਹਾ ਕਿ ਇਸ ਐਸਪੈਕਟ ਨੂੰ, ਇਸ ਪੱਖ ਨੂੰ ਸਕੂਲ ਦੀ ਰਿਸਪੋਂਸਿਬਿਲਿਟੀ ਕਿਉਂ ਨਹੀਂ ਕੰਸੀਡਰ ਕਰਨਾ ਚਾਹੀਦਾ। ਹੁਣ ਆਪਾਂ ਦੇਖਦੇ ਹਾਂ ਫਰੈਂਡਸ ਕਿ ਸਕੂਲ ਨੂੰ ਕਿਉਂ ਨਹੀਂ ਟੀਚ ਕਰਨਾ ਚਾਹੀਦਾ ਆਪਣੇ ਸਟੂਡੈਂਟ ਨੂੰ ਫਾਈਨੈਂਸ ਬਾਰੇ, ਬਜਟ ਮੇਨਟੇਨੈਂਸ ਬਾਰੇ। ਇਟ ਰਿਕੁਆਇਰਸ ਟਾਈਮ ਐਜ਼ ਵੈਲ ਐਜ਼ ਮਨੀ ਟੂ ਟੀਚ ਚਿਲਡਰਨ ਅਬਾਊਟ ਬਜਟ ਮੇਨਟੇਨੈਂਸ। ਹੁਣ ਦੇਖੋ ਇਹ ਆਪਣੀ ਟਾਸਕ ਸਟੇਟਮੈਂਟ ਆ ਗਈ ਕਿ ਇਹ ਟਾਈਮ ਰਿਕੁਆਇਰ ਕਰੂਗਾ ਤੇ ਨਾਲ ਹੀ ਨਾਲ ਮਨੀ, ਪੈਸੇ ਦੀ ਵੀ ਲੋੜ ਪੈਣੀ ਹੈ ਇਹਦੇ ਲਈ ਟਾਈਮ ਦੀ ਵੀ ਲੋੜ ਪੈਣੀ ਹੈ ਜੇਕਰ ਆਪਾਂ ਇੱਕ ਚਿਲਡਰਨ ਨੂੰ ਟੀਚ ਕਰਾਂਗੇ ਬਜਟ ਮੇਨਟੇਨੈਂਸ ਬਾਰੇ। ਇਹ ਹੋ ਗਈ ਫਰੈਂਡਸ ਆਪਣੀ ਇੱਕ ਟਾਸਕ ਸਟੇਟਮੈਂਟ। ਹੁਣ ਆਪਾਂ ਇਸ ਨੂੰ ਐਕਸਪਲੇਨ ਕਰਨਾ ਹੈ। ਟੂ ਐਲੂਸੀਡੇਟ ਇਟ, ਇਹ ਇੱਕ 9 ਬੈਂਡ ਕਨੈਕਟਰ ਹੈ ਫਰੈਂਡਸ, ਇਹਨੂੰ ਲਿਖ ਲਓ। ਟੂ ਐਲੂਸੀਡੇਟ ਇਟ ਕਿ ਇਹਨੂੰ ਐਕਸਪਲੇਨ ਕਰ ਰਹੇ ਹਾਂ, ਟੂ ਐਕਸਪਲੀਕੇਟ ਇਟ ਦਾ ਸਿਨੋਨਿਮ ਹੈ ਇਹ, ਕਿ ਆਪਾਂ ਇਹਨੂੰ ਐਕਸਪਲੇਨ ਕਰਨ ਜਾ ਰਹੇ ਹਾਂ। ਟੂ ਐਲੂਸੀਡੇਟ ਇਟ ਅਨਡਾਊਟਡਲੀ, ਕਿ ਇਹਦੇ 'ਚ ਕੋਈ ਸ਼ੱਕ ਨਹੀਂ,
for teaching something extra to students is required not only extra time but also require some professionals in that field। ਹੁਣ ਦੇਖੋ ਵੀ ਕਿਉਂ ਨਹੀਂ ਟੀਚ ਕਰਨਾ ਚਾਹੀਦਾ, ਕਿਉਂਕਿ ਇਹ ਕੀ ਕਰੂਗਾ, ਟਾਈਮ ਤੇ ਮਨੀ ਦੀ ਰਿਕੁਆਇਰਮੈਂਟ ਹੈ ਕਿ ਟਾਈਮ ਤੇ ਮਨੀ ਦੀ ਲੋੜ ਪੈਣੀ ਹੈ ਇਸ ਨੂੰ ਟੀਚ ਕਰਨ ਦੇ ਲਈ। ਹੁਣ ਆਪਾਂ ਇਹਨੂੰ ਐਕਸਪਲੇਨ ਕਰ ਰਹੇ ਹਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਅਨਡਾਊਟਡਲੀ ਕਿ ਕੋਈ ਚੀਜ਼ ਐਕਸਟਰਾ ਟੀਚ ਕਰਨ ਦੇ ਲਈ ਕਿਸੇ ਸਟੂਡੈਂਟ ਨੂੰ ਜਾਂ ਕਿਸੇ ਬੱਚੇ ਨੂੰ ਉਹ ਰਿਕੁਆਇਰ ਕਰੂਗੀ ਟਾਈਮ, ਐਕਸਟਰਾ ਟਾਈਮ ਵੀ ਚਾਹੀਦਾ ਹੋਊਗਾ। ਜੇਕਰ ਆਪਾਂ ਕਿਸੇ ਨੂੰ ਕੁਝ ਟੀਚ ਕਰਨਾ ਹੈ ਤਾਂ ਓਬਵੀਅਸਲੀ ਜੀ ਗੱਲ ਹੈ ਕਿ ਉਹਨੂੰ ਐਕਸਟਰਾ ਟਾਈਮ ਵੀ ਚਾਹੀਦਾ ਹੋਊਗਾ ਟੀਚ ਕਰਨ ਦੇ ਲਈ, ਅਤੇ ਉਹਦੇ ਲਈ ਕੁਝ ਟ੍ਰੇਨਰਸ ਵੀ ਚਾਹੀਦੇ ਹੋਣਗੇ, ਕਿਉਂਕਿ ਆਪਾਂ ਖੁਦ ਤਾਂ ਟੀਚ ਨਹੀਂ ਕਰ ਸਕਦੇ, ਹਰੇਕ ਬੰਦਾ ਹਰੇਕ ਚੀਜ਼ 'ਚ ਐਕਸਪਰਟ ਨਹੀਂ, ਕਿ ਉਸ ਬੱਚੇ ਨੂੰ ਟੀਚ ਕਰਨ ਦੇ ਲਈ ਕੁਝ ਟ੍ਰੇਨਰਸ ਦੀ ਅਤੇ ਐਕਸਟਰਾ ਟਾਈਮ ਦੀ ਜ਼ਰੂਰਤ ਪੈਣੀ ਹੈ। ਹਾਇਰਿੰਗ ਅ ਪ੍ਰੋਫੈਸ਼ਨਲ ਟੀਚਰ ਵਿਲ ਰਿਕੁਆਇਰ ਦ ਕੋਸਟ ਟੂ ਪੇ ਦ ਟੀਚਰ ਫॉर ਟੀਚਿੰਗ, ਕਿ ਜੇਕਰ ਆਪਾਂ ਹਾਇਰ ਕਰਦੇ ਹਾਂ ਇੱਕ ਪ੍ਰੋਫੈਸ਼ਨਲ ਟੀਚਰ ਨੂੰ, ਡੈਫੀਨੇਟਲੀ ਉਹ ਇੱਕ ਕੋਸਟ ਵੀ ਰਿਕੁਆਇਰ ਕਰੂਗਾ ਕਿ ਜੋ ਉਹਨੂੰ ਪੇ ਕੀਤੀ ਜਾਊਗੀ। ਇੱਕ ਟੀਚਰ ਨੂੰ ਹਾਇਰ ਕਰ ਰਹੇ ਹਾਂ ਤਾਂ ਉਹਦੀ ਆਪਾਂ ਨੂੰ ਸੈਲਰੀ ਵੀ ਤਾਂ ਦੇਣੀ ਪਊਗੀ। ਤਾਂ ਇਹਦੇ 'ਚ ਉਹ ਗੱਲ ਹੈ ਕਿ ਜੇਕਰ ਆਪਾਂ ਇੱਕ ਟੀਚਰ ਹਾਇਰ ਕਰ ਰਹੇ ਹਾਂ ਤਾਂ ਉਹਦੇ ਲਈ ਕੋਸਟ ਵੀ ਚਾਹੀਦੀ ਹੈ ਜਿਹੜੀ ਆਪਾਂ ਉਹਨੂੰ ਪੇ ਕਰਨੀ ਹੈ ਐਜ਼ ਅ ਸੈਲਰੀ। ਕੌਨਸੀਕੁਐਂਟਲੀ, ਹੁਣ ਕੌਨਸੀਕੁਐਂਟਲੀ ਕਦੋਂ ਯੂਜ਼ ਹੁੰਦਾ ਫਰੈਂਡਸ, ਕਿ ਜਦੋਂ ਕਿਸੇ ਚੀਜ਼ ਦਾ ਮਾੜਾ ਨਤੀਜਾ ਨਿਕਲਦਾ। ਹੁਣ ਆਪਾਂ ਨੇ ਕੁਐਸਚਨ ਵੀ ਪੁੱਟ ਕਰ ਲਿਆ, ਉਸ ਤੋਂ ਬਾਅਦ ਆਪਾਂ ਨੇ ਟਾਸਕ ਸਟੇਟਮੈਂਟ ਵੀ ਦੇਤੀ, ਉਹਨੂੰ ਐਕਸਪਲੇਨ ਵੀ ਕਰਤਾ। ਹੁਣ ਆਪਾਂ ਨੇ ਉਹਦਾ ਰਿਜ਼ਲਟ ਕੱਢਣਾ ਹੈ ਕਿ ਇਹਦਾ ਨਤੀਜਾ ਕੀ ਨਿਕਲੂਗਾ। ਇਹਦਾ ਨਤੀਜਾ ਜੋ ਉਹ ਨਿਕਲੂ ਨੈਗੇਟਿਵ, ਇਸ ਕਰਕੇ ਆਪਾਂ ਨੇ ਕੀ ਯੂਜ਼ ਕਰਤਾ, ਕੌਨਸੀਕੁਐਂਟਲੀ। ਕੌਨਸੀਕੁਐਂਟਲੀ ਫਰੈਂਡਸ ਇੱਕ ਯਾਦ ਰੱਖਿਓ ਕਿ ਕੌਨਸੀਕੁਐਂਟਲੀ ਜਦੋਂ ਯੂਜ਼ ਹੁੰਦਾ ਨਾ ਤਾਂ ਉਹ ਨੈਗੇਟਿਵ ਨਤੀਜਿਆਂ ਵਾਸਤੇ ਜ਼ਿਆਦਾ ਯੂਜ਼ ਹੁੰਦਾ। ਕੌਨਸੀਕੁਐਂਟਲੀ ਪੇਰੈਂਟਸ ਵਿਲ ਹੈਵ ਟੂ ਪੇ ਮੋਰ ਫੀਸ ਟੂ ਸਕੂਲਸ, ਕਿ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਜ਼ਿਆਦਾ ਫੀਸ ਪੇ ਕਰਨੀ ਪਊਗੀ ਸਕੂਲਸ ਨੂੰ ਪਹਿਲਾਂ ਦੇ ਮੁਕਾਬਲੇ, ਕਿਉਂਕਿ ਉਹ ਨਵੇਂ ਪ੍ਰੋਫੈਸ਼ਨਲ ਹਾਇਰ ਕਰੂਗਾ ਸਕੂਲ। ਜੇ ਨਵੇਂ ਪ੍ਰੋਫੈਸ਼ਨਲਸ ਦੀ ਜਿਹੜੀ ਤਨਖਾਹ ਹੈ, ਸੈਲਰੀ ਹੈ, ਉਹ ਕਿੰਨਾ ਤੋਂ ਲਈ ਜਾਊਗੀ, ਪੇਰੈਂਟਸ ਤੋਂ ਹੀ ਲਈ ਜਾਊਗੀ ਨਾ, ਸਕੂਲ ਆਪਣੇ ਵੱਲੋਂ ਤਾਂ ਨਹੀਂ ਦੇ ਸਕਦਾ, ਪੇਰੈਂਟਸ ਤੋਂ ਹੀ ਨਿਕਲਦੀ ਆ ਉਹ। ਬਿਕੋਜ਼ ਸਕੂਲਸ ਵਿਲ ਡਿਮਾਂਡ ਮੋਰ ਫੀਸ ਫਰੋਮ ਸਟੂਡੈਂਟਸ। ਹੁਣ ਪੇਰੈਂਟਸ ਨੂੰ ਕਿਉਂ ਫੀਸ ਪੇ ਕਰਨੀ ਪਊਗੀ ਜ਼ਿਆਦਾ, ਕਿਉਂਕਿ ਉਹ ਹਾਇਰ ਕਰਨਗੇ ਟ੍ਰੇਨਰਸ। ਜਦੋਂ ਟ੍ਰੇਨਰਸ ਹਾਇਰ ਕਰਨਗੇ ਓਬਵੀਅਸਲੀ ਜੀ ਗੱਲ ਹੈ ਕਿ ਜਿਹੜੇ ਸਕੂਲ ਨੇ ਉਹ ਜ਼ਿਆਦਾ ਫੀਸ ਦੀ ਡਿਮਾਂਡ ਕਰਨਗੇ ਸਟੂਡੈਂਟਸ ਤੋਂ, ਅਤੇ ਫਿਰ ਪੇਰੈਂਟਸ ਨੂੰ ਜੋ ਫੀਸ ਹੈ ਉਹ ਜ਼ਿਆਦਾ ਪੇ ਕਰਨੀ ਪਊਗੀ ਸਕੂਲਸ ਨੂੰ, ਜਿਹਦੇ ਕਰਕੇ ਇਹ ਇੱਕ ਬੈਡ ਇਫੈਕਟ ਹੈ। ਇਸ ਕਰਕੇ ਜੋ ਸਕੂਲ ਹੈ ਉਹਦੀ ਰਿਸਪੌਂਸੀਬਿਲਿਟੀ ਨਹੀਂ ਹੋਣੀ ਚਾਹੀਦੀ ਇਸ ਨੂੰ ਟੀਚ ਕਰਨਾ, ਕਿ ਇਸ ਦੇ ਨਾਲ ਪੇਰੈਂਟਸ 'ਤੇ ਵੀ ਬਰਡਨ ਵੱਧਦਾ ਹੈ, ਬੱਚੇ 'ਤੇ ਵੀ ਬਰਡਨ ਵੱਧਦਾ ਹੈ, ਅਤੇ ਇਸ ਕਰਕੇ ਇਹ ਸਕੂਲ ਦੁਬਾਰਾ ਨਹੀਂ ਟੀਚ ਕੀਤਾ ਜਾਣਾ ਚਾਹੀਦਾ। ਫਾਈਨੈਂਸ਼ੀਅਲ ਸੇਵਿੰਗ ਦਾ ਜੋ ਵੀ ਸਿਸਟਮ ਹੈ, ਜੋ ਵੀ ਫਾਈਨੈਂਸ਼ੀਅਲ ਬਜਟ ਦੀ ਮੇਨਟੇਨੈਂਸ ਹੈ, ਉਹ ਸਕੂਲ ਦੁਬਾਰਾ ਟੀਚ ਨਹੀਂ ਕੀਤਾ ਜਾਣਾ ਚਾਹੀਦਾ। ਉਸ ਤੋਂ ਬਾਅਦ ਆਪਾਂ ਇਹ 'ਚ ਅਗਰੀ ਜਾ ਰਹੇ ਹਾਂ ਨਾ, ਹੁਣ ਆਪਾਂ 2 BP ਬਣਾਉਣੇ ਨੇ ਐਗਰੀਮੈਂਟ ਦੇ। ਐਗਰੀਮੈਂਟ ਵਾਲੇ ਪੁਆਇੰਟਸ ਆਪਾਂ ਨੇ ਉਹਦੇ 'ਚ ਕਵਰ ਕਰਨੇ ਨੇ। ਨੈਕਸਟ ਜੋ BP ਹੈ ਫਰੈਂਡਸ ਉਹ ਸਟਾਰਟ ਕਰਦੇ ਹਾਂ। ਮੂਵਿੰਗ ਟੂਵਰਡ ਅਗਰੀਮੈਂਟ ਪੁਆਇੰਟਸ ਬਾਈ ਦਿਸ ਸ਼ੁੱਡ ਬੀ ਟਾਟ ਬਾਈ ਸਕੂਲਸ। ਹੁਣ ਆਪਾਂ ਦੇਖਦੇ ਹਾਂ ਫਰੈਂਡਸ ਕਿ ਇਹਦਾ ਮਤਲਬ ਹੈ ਕਿ ਹੁਣ ਆਪਾਂ ਮੂਵ ਕਰਦੇ ਹਾਂ ਅਗਰੀਮੈਂਟ ਪੁਆਇੰਟਸ ਵੱਲ, ਕਿ ਜੋ ਫਾਈਨੈਂਸ਼ੀਅਲ ਸੇਵਿੰਗਸ ਹੈ, ਕਿ ਜੋ ਫਾਈਨੈਂਸ਼ੀਅਲ ਬਜਟ ਮੇਨਟੇਨੈਂਸ ਹੈ, ਉਹ ਸਕੂਲਸ ਦੁਆਰਾ ਕਿਉਂ ਟੀਚ ਕੀਤੀ ਜਾਣੀ ਚਾਹੀਦੀ ਹੈ। ਹੁਣ ਆਪਾਂ ਇਹਦੀ ਟਾਸਕ ਸਟੇਟਮੈਂਟ ਦੇਣ ਜਾ ਰਹੇ ਹਾਂ। ਬਾਈ ਲਰਨਿੰਗ ਮਨੀ ਮੈਨੇਜਮੈਂਟ ਯੂਥ ਇਜ਼ ਮੋਰ ਲਾਈਕਲੀ ਟੂ ਹੈਵ ਸਕਸੈਸ ਇਨ ਦੇਅਰ ਕੈਰੀਅਰ, ਕਿ ਜੇਕਰ ਆਪਣਾ ਜਿਹੜਾ ਨਵਾਂ ਯੂਥ ਹੈ, ਜੇਕਰ ਆਪਾਂ ਬੱਚਿਆਂ ਨੂੰ ਟੀਚ ਕਰਾਂਗੇ ਮਨੀ ਮੈਨੇਜਮੈਂਟ ਬਾਰੇ, ਬੱਚਿਆਂ ਨੂੰ ਆਪਾਂ ਬਜਟ ਮੇਨਟੇਨੈਂਸ ਬਾਰੇ ਟੀਚ ਕਰਾਂਗੇ, ਤਾਂ ਕਹਿੰਦੇ ਓਬਵੀਅਸਲੀ ਇਹਦੇ ਜ਼ਿਆਦਾ ਸੰਭਾਵਨਾ ਹੈ ਕਿ ਜਿਹੜਾ ਆਪਣਾ ਯੂਥ ਹੈ ਉਹ ਕਾਮਯਾਬ ਹੋਏਗਾ ਆਪਣੇ ਕੈਰੀਅਰ ਦੇ ਵਿੱਚ। ਕਿ ਜੇਕਰ ਆਪਾਂ ਹੁਣ ਤੋਂ ਆਪਣੇ ਬੱਚਿਆਂ ਨੂੰ ਟੀਚ ਕਰਾਂਗੇ ਬਜਟ ਮੇਨਟੇਨੈਂਸ ਬਾਰੇ, ਮਨੀ ਮੈਨੇਜਮੈਂਟ ਬਾਰੇ, ਤਾਂ ਇਹਦੇ 'ਚ ਜ਼ਿਆਦਾ ਸੰਭਾਵਨਾ ਹੈ ਕਿ ਜਿਹੜਾ ਆਪਣਾ ਯੂਥ ਹੈ ਉਹ ਅੱਗੇ ਜਾ ਕੇ ਕਾਮਯਾਬ ਹੋਵੇਗਾ ਆਪਣੇ ਕੈਰੀਅਰ ਦੇ ਵਿੱਚ। ਇਹ ਆ ਗਈ ਫਰੈਂਡਸ ਆਪਣੀ ਇੱਕ ਟਾਸਕ ਸਟੇਟਮੈਂਟ ਵੀ ਕਿਉਂ ਟੀਚ ਕਰਨਾ ਚਾਹੀਦਾ ਸਕੂਲਸ ਨੂੰ। ਹੁਣ ਆਪਾਂ ਇਹਦੀ ਐਕਸਪਲੇਨੇਸ਼ਨ ਦੇਣੀ ਹੈ। ਟੂ ਐਕਸਪਲੀਕੇਟ ਇਟ ਇਨ ਦਿਸ ਕੰਟੈਂਪਰਰੀ ਐਰਾ it is essential to maintain a budget and finance for starting any business। ਹੁਣ ਆਪਾਂ ਟੂ ਐਕਸਪਲੀਕੇਟ ਦਾ ਇੱਕ ਕਨੈਕਟਰ ਯੂਜ਼ ਕਰਤਾ, ਇੱਕ 8 ਬੈਂਡ ਦਾ ਕਨੈਕਟਰ ਯੂਜ਼ ਕਰਤਾ, ਕਿ ਹੁਣ ਮੈਂ ਇਹਨੂੰ ਐਕਸਪਲੇਨ ਕਰਨ ਜਾ ਰਿਹਾ।
ਉਸ ਤੋਂ ਅੱਗੇ ਲਿਖਿਆ ਫਰੈਂਡਸ ਕਿ ਅੱਜ ਕੱਲ੍ਹ ਦੇ ਮਾਡਰਨ ਐਰਾ ਦੇ ਵਿੱਚ, ਕੰਟੈਂਪਰਰੀ ਐਰਾ ਦਾ ਮਤਲਬ ਹੈ ਮਾਡਰਨ ਐਰਾ, ਕਿ ਅੱਜ ਕੱਲ੍ਹ ਦੇ ਇਸ ਨਵੇਂ ਯੁੱਗ ਦੇ ਵਿੱਚ, ਮਾਡਰਨ ਐਰਾ ਦੇ ਵਿੱਚ ਕਹਿੰਦਾ ਇਹ ਬਹੁਤ ਜ਼ਰੂਰੀ ਬਣ ਚੁੱਕਿਆ ਹੈ ਫਾਈਨੈਂਸ਼ੀਅਲ ਬਜਟ ਮੇਨਟੇਨ ਕਰਨਾ। ਜੇਕਰ ਆਪਾਂ ਕੋਈ ਵੀ ਕੰਪਨੀ ਸਟਾਰਟ ਕਰਨਾ ਚਾਹੁੰਦੇ ਹਾਂ, ਕੋਈ ਵੀ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹਾਂ, ਉਸ ਦਾ ਜੋ ਬਜਟ ਹੈ ਉਹਦੀ ਮੇਨਟੇਨੈਂਸ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਬਣ ਗਿਆ। ਉਹਦੇ ਘਾਟੇ ਵਾਧਿਆਂ ਨੂੰ ਮੇਨਟੇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਬਣ ਗਿਆ ਕਿ ਕਿਵੇਂ ਉਹ 'ਤੇ ਪੈਸਾ ਸਪੈਂਡ ਕਰਨਾ ਇੱਕ ਬਿਜ਼ਨਸ 'ਤੇ, ਕਿਵੇਂ ਉਹ ਤੋਂ ਪ੍ਰੋਫਿਟ, ਕਿਵੇਂ ਉਹ ਤੋਂ ਲਾਸ ਨੂੰ ਰਿਕਵਰ ਕਰਨਾ, ਕਿ ਇਹ ਸਾਰਾ ਮੈਨੇਜਮੈਂਟ ਕਰਨਾ ਬਹੁਤ ਜ਼ਰੂਰੀ ਬਣ ਗਿਆ, ਐਸੈਂਸ਼ੀਅਲ ਹੈ ਅੱਜ ਕੱਲ੍ਹ। ਇਫ ਹੁਣ ਦੇਖੋ ਫਰੈਂਡਸ ਆਪਾਂ ਕਰਦੇ ਅੱਗੇ, ਇਫ ਸਟੂਡੈਂਟਸ ਨੋ ਅਬਾਊਟ ਹੈਂਡਲਿੰਗ ਮਨੀ ਐਂਡ ਗੇਨਿੰਗ ਪ੍ਰੋਫਿਟਸ there will be more chances to succeed in their business career। ਹੁਣ ਇਫ ਦੀ ਵੇਰੀਏਸ਼ਨ ਆ ਗਈ ਕਿ ਜੇਕਰ ਸਟੂਡੈਂਟਸ ਨੂੰ ਪਤਾ ਹੋਊਗਾ ਕਿ ਕਿਸ ਤਰ੍ਹਾਂ ਮਨੀ ਹੈਂਡਲ ਕਰਨੀ ਹੈ, ਕਿਸ ਤਰ੍ਹਾਂ ਜਿਹੜੇ ਪ੍ਰੋਫਿਟ ਨੇ ਉਹ ਗੇਨ ਕਰਨੇ ਨੇ, ਤਾਂ ਕਹਿੰਦੇ ਓਬਵੀਅਸਲੀ ਇੱਥੇ ਮੋਰ ਚਾਂਸਿਸ ਨੇ ਕਾਮਯਾਬੀ ਦੇ ਸਟੂਡੈਂਟ ਦੇ ਕੈਰੀਅਰ ਦੇ ਵਿੱਚ। ਜੇਕਰ ਇੱਕ ਬਿਜ਼ਨਸ ਦਾ ਕੈਰੀਅਰ ਸਟਾਰਟ ਕਰ ਰਿਹਾ ਸਟੂਡੈਂਟ, ਤਾਂ ਓਬਵੀਅਸਲੀ ਉਹਦੇ ਜੋ ਬਿਜ਼ਨਸ ਦਾ ਕੈਰੀਅਰ ਹੈ ਉਹਦੇ 'ਚ ਕਾਮਯਾਬ ਹੋਣ ਦੇ ਜ਼ਿਆਦਾ ਚਾਂਸਿਸ ਹੋਣਗੇ ਜੇਕਰ ਉਹਨੂੰ ਮਨੀ ਹੈਂਡਲ ਕਰਨੀ ਆਉਂਦੀ ਹੈ, ਉਹਨੂੰ ਆਪਣਾ ਬਜਟ ਮੇਨਟੇਨ ਕਰਨਾ ਆਉਂਦਾ ਹੈ। ਦੇਅਰਫੋਰ ਫॉर द ਬੈਟਰ ਕੈਰੀਅਰ ਆਫ ਟੂਡੇਜ਼ ਜਨਰੇਸ਼ਨ ਫਾਈਨੈਂਸ ਮੈਨੇਜਮੈਂਟ ਸ਼ੁੱਡ ਬੀ ਟੌਟ ਬਾਈ ਸਕੂਲ। ਹੁਣ ਇਹਦਾ ਮਤਲਬ ਉਹੀ ਆ ਗਿਆ ਫਰੈਂਡਸ ਕਿ ਇਸ ਲਈ ਕਿ ਜੇਕਰ ਆਪਾਂ ਚਾਹੁੰਦੇ ਹਾਂ ਕਿ ਆਪਣੀ ਜੋ ਯੰਗ ਜਨਰੇਸ਼ਨ ਹੈ, ਆਪਣੀ ਜੋ ਜਨਰੇਸ਼ਨ ਹੈ ਉਹ ਬੈਟਰ ਕਰੇ, ਆਪਣੇ ਕੈਰੀਅਰ ਦੇ ਵਿੱਚ ਕਾਮਯਾਬ ਹੋਵੇ, ਬਿਜ਼ਨਸ ਦੇ ਵਿੱਚ ਕਾਮਯਾਬ ਹੋਵੇ, ਜੇਕਰ ਉਹ ਕਰ ਰਹੇ ਨੇ ਆਪਣੇ ਕੈਰੀਅਰ ਦੇ ਵਿੱਚ, ਤਾਂ ਜਿਹੜੀ ਫਾਈਨੈਂਸ ਮੈਨੇਜਮੈਂਟ ਹੈ ਨਾ ਉਹ ਸਕੂਲਸ ਨੂੰ ਟੀਚ ਕਰਨੀ ਚਾਹੀਦੀ ਹੈ ਸਕੂਲਸ ਦੇ ਵਿੱਚ। ਇਸ ਕਰਕੇ ਐਗਰੀ ਆਪਾਂ ਇਸ ਦੇ ਨਾਲ। ਹੁਣ ਦੇਖੋ ਫਰੈਂਡਸ, ਮੂਵਿੰਗ ਟੂਵਰਡ ਅਗਰੀਮੈਂਟ ਪੁਆਇੰਟਸ ਵਾਈ ਦਿਸ ਸ਼ੁੱਡ ਬੀ ਟੌਟ ਬਾਈ ਸਕੂਲਸ। ਬੀਪੀ ਦੀ ਸਟਾਰਟਿੰਗ ਦੇ ਵਿੱਚ ਆਪਾਂ ਨੇ ਇੱਕ ਕੁਐਸਚਨ ਪੁੱਟ ਕਰ ਲਿਆ ਜਿਹੜਾ ਕਿ ਇੱਕ 8 ਬੈਂਡ ਵਾਲਾ ਸਟੂਡੈਂਟ ਕਰਦਾ ਹੈ। ਇੱਕ 6 ਬੈਂਡ ਵਾਲਾ ਸਟੂਡੈਂਟ ਕੀ ਕਰੂਗਾ, ਉਹ ਵੱਧ ਤੋਂ ਵੱਧ ਜੈਰਨ ਫਾਰਮ ਲਗਾ ਦੇਗਾ, 6.5 ਤੱਕ ਉਹ ਆਪਣੀ ਅਚੀਵਮੈਂਟ ਕਰ ਲੇਗਾ ਜੈਰਨ ਫਾਰਮ ਲਗਾ ਕੇ। ਬਟ ਇੱਕ 8 ਬੈਂਡ ਵਾਲਾ ਸਟੂਡੈਂਟ ਕੀ ਕਰਦਾ ਹੈ, ਉਹ ਕੁਐਸਚਨ ਦੀ ਵੀ ਵੇਰੀਏਸ਼ਨ ਪਾਉਂਦਾ ਹੈ ਆਪਣੀਆਂ ਲਾਈਨਸ ਦੇ ਵਿੱਚ। ਉਸ ਤੋਂ ਅਗਲੀ ਲਾਈਨ ਆਪਾਂ ਨੇ ਟਾਸਕ ਸਟੇਟਮੈਂਟ ਦਿੱਤੀ, ਵਾਈਲ ਲਰਨਿੰਗ ਮਨੀ ਮੈਨੇਜਮੈਂਟ ਯੂਥ ਇਜ਼ ਮੋਰ ਲਾਈਕਲੀ ਟੂ ਹੈਵ ਸਕਸੈਸ ਇਨ ਦੇਅਰ ਕੈਰੀਅਰਸ। ਬਾਏ ਦੇ ਨਾਲ ਆਪਾਂ ਨੇ ਸਟਾਰਟ ਕੀਤੀ ਨੈਕਸਟ ਲਾਈਨ, ਜਿਹੜੀ ਟਾਸਕ ਸਟੇਟਮੈਂਟ ਹੈ ਉਹ ਆਪਾਂ ਨੇ ਬਾਈ ਦੇ ਨਾਲ ਦਿੱਤੀ। ਹੁਣ ਦੇਖੋ ਫਰੈਂਡਸ ਇੱਥੇ ਕਿੰਨਾ ਇਫੈਕਟਿਵ ਸੈਂਟੈਂਸ ਬਣ ਰਹੇ ਨੇ, ਤੁਹਾਨੂੰ ਹਰ ਇੱਕ ਸੈਂਟੈਂਸ ਦੇ ਵਿੱਚ ਵੇਰੀਏਸ਼ਨ ਮਿਲੂਗੀ ਜਿਹੜਾ ਕਿ ਅੱਜ ਮੈਂ ਤੁਹਾਨੂੰ ਕਰਾ ਰਿਹਾ। ਹੁਣ ਸੈਕਿੰਡ ਲਾਈਨ ਦੇ ਵਿੱਚ ਆਪਾਂ ਨੇ ਬਾਏ ਨਾਲ ਸਟਾਰਟ ਕਰਕੇ ਉਹਨੂੰ ਇਫੈਕਟਿਵ ਬਣਾਤਾ। ਇੱਕ ਗੱਲ ਸੁਣੋ ਫਰੈਂਡਸ ਕਿ ਬਾਏ, ਵਾਈਲ, ਵੈਦਰ, ਜਦੋਂ ਇਹਨਾਂ ਦੇ ਨਾਲ ਆਪਾਂ ਕੋਈ ਲਾਈਨ ਨੂੰ ਸਟਾਰਟ ਕਰਦੇ ਹਾਂ ਨਾ, ਤਾਂ ਐਗਜ਼ਾਮੀਨਰ 'ਤੇ ਇੰਨਾ ਵਧੀਆ ਇੰਪਰੈਸ਼ਨ ਪੈਂਦਾ ਕਿ ਇਹ ਉਹ ਸਟੂਡੈਂਟ ਕਰ ਸਕਦੇ ਨੇ ਜਿਹੜੇ 7 to 8 ਬੈਂਡ ਵਾਲੀ ਰਾਈਟਿੰਗ ਵਾਲੇ ਨੇ, ਜਿਨ੍ਹਾਂ ਦੀ ਰਾਈਟਿੰਗ ਹੈ ਜੋ ਉਹ 7 ਜਾਂ 8 ਜਾਂ 8.5 ਵਾਲੀ ਹੈ, ਉਹੀ ਸਟੂਡੈਂਟ ਈਜ਼ੀਲੀ ਸਟਾਰਟ ਕਰਦੇ ਨੇ ਇੱਕ ਲਾਈਨ ਨੂੰ ਬਾਏ, ਵਾਈਲ ਜਾਂ ਵੈਦਰ ਤੋਂ। ਇਸ ਕਰਕੇ ਜਦੋਂ ਅਜਿਹੀਆਂ ਵੇਰੀਏਸ਼ਨਸ ਹੋਣਗੀਆਂ ਤੁਹਾਡੇ ਟਾਸਕ ਦੇ ਵਿੱਚ, ਤਾਂ ਡੈਫੀਨੇਟਲੀ ਤੁਹਾਡਾ ਸਕੋਰ ਹੈ ਜੋ ਇਨਕਰੀਜ਼ ਹੋਵੇਗਾ। ਉਸ ਤੋਂ ਬਾਅਦ ਆਪਾਂ ਨੇ ਇੱਕ 9 ਜਾਂ 8 ਬੈਂਡ ਦਾ, ਉਸ ਤੋਂ ਬਾਅਦ ਆਪਾਂ ਨੇ ਇੱਕ ਫਰੈਂਡਸ 8 ਬੈਂਡ ਦਾ ਕਨੈਕਟਰ ਦੇਤਾ ਟੂ ਐਕਸਪਲੀਕੇਟ ਇਟ, ਕੰਟੈਂਪਰਰੀ ਐਰਾ ਯੂਜ਼ ਕਰਤਾ ਜੋ ਕਿ 8 ਬੈਂਡ ਵੋਕੈਬਲਰੀ ਵਰਡ ਹੈ। ਉਸ ਤੋਂ ਨੈਕਸਟ ਲਾਈਨ ਦੇਖੋ ਫਰੈਂਡਸ, ਇਫ ਵਿਲ ਦੀ ਆਪਾਂ ਨੇ ਵੇਰੀਏਸ਼ਨ ਪਾਤੀ, ਇਫ ਸਟੂਡੈਂਟਸ ਨੋਜ਼ ਅਬਾਊਟ ਹੈਂਡਲਿੰਗ ਮਨੀ ਐਂਡ ਗੇਨਿੰਗ ਪ੍ਰੋਫਿਟਸ ਦੇਅਰ ਵਿਲ ਬੀ ਮੋਰ ਚਾਂਸਿਸ ਟੂ ਸਕਸੀਡ ਇਨ ਦੇਅਰ ਬਿਜ਼ਨਸ ਕੈਰੀਅਰ। ਹੁਣ ਆਪਾਂ ਨੇ ਉਰੇ ਫਰੈਂਡਸ ਇਫ ਵਿਲ ਦੀ ਸੈਂਟੈਂਸ ਵੇਰੀਏਸ਼ਨ ਪਾਤੀ, ਜਿਹਦੇ ਨਾਲ ਕੀ ਹੈ ਆਪਣਾ ਜੋ ਸੈਂਟੈਂਸ ਹੈ ਉਹ ਇਫੈਕਟਿਵ ਬਣ ਗਿਆ ਅਤੇ ਆਪਣੀ ਇੱਕ ਸੈਂਟੈਂਸ ਵੇਰੀਏਸ਼ਨ ਵੀ ਪੈ ਗਈ। ਹੁਣ ਉਸ ਤੋਂ ਬਾਅਦ ਕੀ ਕੀਤਾ, ਉਸ ਤੋਂ ਬਾਅਦ ਆਪਾਂ ਨੇ ਇੱਕ ਕਨੈਕਟਰ ਲਗਾਇਆ ਦੇਅਰਫੋਰ ਕਨੈਕਟਰ ਲਗਾ ਕੇ ਲਾਈਨ ਸਟਾਰਟ ਕੀਤੀ। ਅਤੇ ਫਰੈਂਡਸ ਇਸ ਤਰ੍ਹਾਂ ਆਪਾਂ ਦੇਖੋ ਇੱਕ ਬੀਪੀ ਦੇ ਵਿੱਚ ਜਿੰਨੀਆਂ ਲਾਈਨ ਸੀ ਓਨੀਆਂ ਹੀ ਵੇਰੀਏਸ਼ਨਸ ਪਾਤੀਆਂ। ਤੁਸੀਂ ਹੁਣ ਇੱਕ ਆਨਸਰ ਦਿਓ ਕਿ ਜੇਕਰ ਇੰਨੀਆਂ ਵੇਰੀਏਸ਼ਨਸ ਪਾ ਰਹੇ ਹਾਂ ਤਾਂ ਕਿਉਂ ਨਹੀਂ ਆਪਣੇ ਸਕੋਰ ਵਧਣਗੇ। ਡੈਫੀਨੇਟਲੀ ਇਹ ਇੱਕ 8 ਬੈਂਡ ਵਾਲਾ ਸਟੂਡੈਂਟ ਹੀ ਪਾ ਸਕਦਾ ਹੈ ਇੰਨੀਆਂ ਵੇਰੀਏਸ਼ਨਸ। ਇਸ ਕਰਕੇ ਫਰੈਂਡਸ ਇਹ ਹੁੰਦੀ ਹੈ ਇੱਕ ਇਫੈਕਟਿਵ ਰਾਈਟਿੰਗ। ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਅੱਗੇ ਆਪਾਂ ਨੇ ਸੈਕਿੰਡ ਵੀ ਇੱਕ ਹੋਰ ਬੀਪੀ ਦੇਣਾ ਹੈ, ਜਿਹਦੇ ਵਿੱਚ ਆਪਾਂ ਐਗਰੀਮੈਂਟ ਪੁਆਇੰਟਸ ਐਕਸਪਲੇਨ ਕਰਾਂਗੇ ਕਿ ਆਪਾਂ ਕਿਉਂ, ਇੱਕ ਹੋਰ ਰੀਜ਼ਨ ਕੀ ਹੈ ਜਿਸ ਕਰਕੇ ਆਪਾਂ ਇਸ ਦੇ ਨਾਲ ਐਗਰੀ ਹਾਂ। ਮੋਰਓਵਰ if schools include financial literacy subjects in their syllabus,
there will be an enormous change in how adolescents spend their hard earning money coming from their guardians। ਇਹਦਾ ਮਤਲਬ ਦੇਖੋ ਫਰੈਂਡਸ ਕੀ ਬਣ ਗਿਆ। ਹੁਣ ਆਪਾਂ ਨੇ ਮੋਰ ਓਵਰ ਲਾ ਕੇ ਇੱਕ ਲਾਈਨ ਸਟਾਰਟ ਕਰਤੀ ਕਿ ਜੇ ਸਕੂਲਸ ਇਨਕਲੂਡ ਕਰਨ ਮੋਰ ਓਵਰ ਦਾ ਮਤਲਬ ਹੁੰਦਾ ਕਿ ਇਸੇ ਬਾਰੇ ਹੋਰ ਕਿ ਅੱਗੇ ਵਧਦੇ ਹਾਂ, ਠੀਕ ਹੈ, ਅੱਗੇ ਗੱਲ ਕਰਦੇ ਹਾਂ। ਮੋਰ ਓਵਰ ਕਿ ਇਸੇ ਟੌਪਿਕ ਬਾਰੇ ਅੱਗੇ ਗੱਲ ਕਰਦੇ ਹਾਂ ਕਿ ਜੇਕਰ ਸਕੂਲਸ ਇਨਕਲੂਡ ਕਰਨ ਫਾਈਨੈਂਸ਼ੀਅਲ ਲਿਟਰੇਸੀ ਸਬਜੈਕਟਸ, ਫਾਈਨੈਂਸ ਵਾਲੇ ਸਬਜੈਕਟਸ ਇਨਕਲੂਡ ਕਰਨ ਜੇਕਰ ਸਕੂਲਸ ਸਿਲੇਬਸ ਦੇ ਵਿੱਚ, ਜਿਹੜੇ ਸਟੂਡੈਂਟ ਦਾ ਸਿਲੇਬਸ ਹੈ ਉਹਦੇ ਵਿੱਚ ਫਾਈਨੈਂਸ ਦੇ ਸਬਜੈਕਟ ਜੇ ਇਨਕਲੂਡ ਕਰਨ ਕਿ ਜਿਹੜੇ ਅਡੋਲੋਸੈਂਟ ਨੇ ਜਿਨ੍ਹਾਂ ਨੂੰ ਅੱਜ ਕੱਲ੍ਹ ਪਤਾ ਨਹੀਂ, ਉਹ ਇੱਦਾਂ ਹੀ ਫਜ਼ੂਲ ਡਾ ਰਹੇ ਨੇ ਮਨੀ, ਉਹ ਹਟ ਜਾਣਗੇ। ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਪੇਰੈਂਟਸ ਕਿਸ ਤਰ੍ਹਾਂ ਔਖੇ ਹੋ ਕੇ ਕਮਾ ਰਹੇ ਨੇ ਅਤੇ ਉਹ ਮਨੀ ਨੂੰ ਸਪੈਂਡ ਕਰਨਾ ਘਟਾ ਦੇਣਗੇ ਅਤੇ ਲੋੜਵੰਦ ਚੀਜ਼ਾਂ 'ਤੇ ਸਪੈਂਡ ਕਰਨਗੇ ਕਿ ਇਹਦੇ 'ਚ ਬਹੁਤ ਵੱਡਾ ਚੇਂਜ ਆ ਜਾਊਗਾ ਫਜ਼ੂਲ ਦਾ ਪੈਸਾ ਖਰਾਬ ਕਰਨ ਦੇ ਵਿੱਚ। ਲੋਕ ਫਜ਼ੂਲ ਦਾ ਪੈਸਾ ਖਰਾਬ ਕਰਨਾ ਘੱਟ ਜਾਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਪੇਰੈਂਟਸ ਨੇ ਜੋ ਉਹ ਕਿਸ ਤਰ੍ਹਾਂ ਹਾਰਡ ਵਰਕ ਕਰਕੇ ਉਹਨਾਂ ਦੇ ਲਈ ਮਨੀ ਅਰਨ ਕਰ ਰਹੇ ਨੇ। ਹੁਣ ਆਪਾਂ ਇਹਨੂੰ ਐਕਸਪਲੇਨ ਕਰਦੇ ਹਾਂ। ਟੂ ਬੀ ਮੋਰ ਪ੍ਰੀਸਾਈਜ਼, ਇਹ ਨੋਟ ਕਰ ਲਓ ਫਰੈਂਡਸ, ਇਹ ਇੱਕ 9 ਬੈਂਡ ਕਨੈਕਟਰ ਹੈ। ਜਦੋਂ ਆਪਾਂ ਇੱਕ ਟਾਸਕ ਸਟੇਟਮੈਂਟ ਦਿੱਤੀ ਹੈ, ਜਿਵੇਂ ਹੁਣ ਆਪਾਂ ਨੇ ਇੱਕ ਟਾਸਕ ਸਟੇਟਮੈਂਟ ਉੱਪਰ ਡਿਸਕਸ ਕੀਤੀ ਹੈ ਅਤੇ ਹੁਣ ਆਪਾਂ ਉਹਨੂੰ ਐਕਸਪਲੇਨ ਕਰਨਾ ਹੈ, ਉਸ ਟਾਈਮ ਯੂਜ਼ ਕੀਤਾ ਜਾਂਦਾ ਇਹ ਕਨੈਕਟਰ। ਟੂ ਬੀ ਮੋਰ ਪ੍ਰੀਸਾਈਜ਼ ਕਿ ਮੈਂ ਹੁਣ ਐਕਸਪਲੇਨ ਕਰਨ ਜਾ ਰਹੇ ਹਾਂ ਕਿ ਆਪਾਂ ਹੋਰ ਡੂੰਘਾਈ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ। There are so many students who do not know how to spend money wisely. They just waste their money on nonsense things because they do not have the right guidance about the management of wealth. ਇਹਦਾ ਮੀਨਿੰਗ ਇਹ ਬਣ ਗਿਆ ਫਰੈਂਡਸ ਕਿ ਬਹੁਤ ਸਾਰੇ ਸਟੂਡੈਂਟ ਅਜਿਹੇ ਨੇ, ਬਹੁਤ ਸਾਰੇ ਲੋਕੀ ਅਜਿਹੇ ਨੇ ਜਿਨ੍ਹਾਂ ਕੋਲ ਰਾਈਟ ਗਾਈਡੈਂਸ ਨਹੀਂ ਹੈਗੀ ਅਤੇ ਉਹ ਆਪਣਾ ਪੈਸਾ ਵੇਸਟ ਕਰਦੇ ਰਹਿੰਦੇ ਨੇ, ਨੌਨਸੈਂਸ ਚੀਜ਼ਾਂ 'ਤੇ ਵੇਸਟ ਕਰਦੇ ਰਹਿੰਦੇ ਨੇ ਆਪਣਾ ਪੈਸਾ। ਜਿਵੇਂ ਕਿ ਇੱਕੋ ਨਾਲ ਦੀਆਂ 3 ਚੀਜ਼ਾਂ ਰੱਖ ਲਈਆਂ, ਇੱਕੋ ਨਾਲ ਦੀਆਂ 4 ਚੀਜ਼ਾਂ ਖਰੀਦ ਲਈਆਂ ਅਤੇ ਉਹ ਆਪਣਾ ਪੈਸਾ ਟਾਈਮ ਸਿਰ ਸੰਭਾਲਦੇ ਨਹੀਂ ਹੈਗੇ ਅਤੇ ਉਹਨੂੰ ਵੇਸਟ ਕਰਦੇ ਰਹਿੰਦੇ ਨੇ ਨੌਨਸੈਂਸ ਚੀਜ਼ਾਂ 'ਤੇ ਜਿਹੜੀਆਂ ਉਹਨਾਂ ਦੇ ਲਈ ਯੂਜ਼ਫੁਲ ਹੀ ਨਹੀਂ। ਕਿਉਂ ਕਰਦੇ ਨੇ ਵੇਸਟ? ਕਿਉਂਕਿ ਉਹਨਾਂ ਕੋਲ ਰਾਈਟ ਗਾਈਡੈਂਸ ਨਹੀਂ ਹੁੰਦੀ ਵੀ ਕਿਵੇਂ ਮੈਨੇਜ ਕਰਨੀ ਹੈ ਆਪਣੀ ਵੈਲਥ, ਕਿ ਆਪਣੀ ਧਨ ਦੌਲਤ ਹੈ ਜੋ ਉਹ ਕਿਵੇਂ ਮੈਨੇਜ ਕਰਨੀ ਹੈ। ਉਹਨਾਂ ਕੋਲ ਲੈਕ ਆਫ ਗਾਈਡੈਂਸ ਹੋਣ ਕਰਕੇ ਉਹ ਆਪਣੀ ਜੋ ਮਨੀ ਹੈ, ਜੋ ਵੈਲਥ ਹੈ, ਉਹਨੂੰ ਵੇਸਟ ਕਰਦੇ ਰਹਿੰਦੇ ਨੇ। ਹੈਂਸ, ਹੁਣ ਆਪਾਂ ਨੇ ਕਨੈਕਟਰ ਦਿੱਤਾ ਇੱਕ ਹੈਂਸ, ਲਿੰਕਿੰਗ ਵਰਡ ਕਹਿੰਦੇ ਨੇ ਇਹਨਾਂ ਨੂੰ ਫਰੈਂਡਸ। ਹੈਂਸ ਫਾਈਨੈਂਸ਼ੀਅਲ ਲਿਟਰੇਸੀ ਸਬਜੈਕਟ ਸ਼ੁੱਡ ਬੀ ਟੌਟ ਇਨ ਸਕੂਲਸ ਫॉर ਟੀਚਿੰਗ ਦ ਨਿਊ ਜਨਰੇਸ਼ਨ ਅਬਾਊਟ ਫਾਈਨੈਂਸ ਮੈਨੇਜਮੈਂਟ। ਕਹਿੰਦਾ ਇਸ ਕਰਕੇ ਜਿਹੜੇ ਫਾਈਨੈਂਸ਼ੀਅਲ ਲਿਟਰੇਸੀ ਸਬਜੈਕਟਸ ਨੇ ਉਹ ਟੀਚ ਕਰਨੇ ਚਾਹੀਦੇ ਨੇ ਸਕੂਲ ਦੇ ਵਿੱਚ ਸਟੂਡੈਂਟਸ ਨੂੰ, ਤਾਂ ਜੋ ਉਹ ਆਪਣੇ ਫਿਊਚਰ ਦੇ ਵਿੱਚ ਪੈਸਾ ਸੰਭਾਲ ਸਕਣ ਅਤੇ ਉਹਨਾਂ ਨੂੰ ਪਤਾ ਲੱਗੇ ਕਿ ਨੌਨਸੈਂਸ ਚੀਜ਼ਾਂ 'ਤੇ ਵੇਸਟ ਕਰਨ ਨਾਲੋਂ ਆਪਾਂ ਇਹਨੂੰ ਕਿਵੇਂ ਮੈਨੇਜ ਕਰ ਸਕਦੇ ਹਾਂ ਆਪਣੀ ਮਨੀ ਨੂੰ, ਤਾਂ ਕਿ ਉਹ ਆਪਣੀ ਵੇਸਟ ਹੈ ਜਿਹੜੀ ਮਨੀ ਦੀ ਉਹ ਘਟਾ ਸਕਣ ਜਾਂ ਫਿਰ ਆਪਣੀ ਮਨੀ ਵੇਸਟ ਕਰਨੋਂ ਹਟ ਸਕਣ। ਹੁਣ ਦੇਖੋ ਫਰੈਂਡਸ, ਆਪਾਂ ਨੇ ਇਸ ਪੈਰਾਗ੍ਰਾਫ ਦੇ ਵਿੱਚ ਕੀ ਕੀਤਾ। ਆਪਾਂ ਨੇ ਸਭ ਤੋਂ ਪਹਿਲਾਂ ਪੈਰਾਗ੍ਰਾਫ ਸਟਾਰਟ ਕੀਤਾ ਮੋਰ ਓਵਰ ਦਾ ਕਨੈਕਟਰ ਲਗਾ ਕੇ, ਜਿਹੜਾ ਕਿ ਬੜਾ ਹੀ ਇਫੈਕਟਿਵ ਕਨੈਕਟਰ ਹੈ, ਜਿਹੜਾ ਕਿ ਆਪਣੀ ਲਾਈਨ ਨੂੰ ਬਹੁਤ ਹੀ ਇਫੈਕਟਿਵ ਬਣਾ ਦਿੰਦਾ ਹੈ, ਜਿਹਦਾ ਇੰਪਰੈਸ਼ਨ ਬੜਾ ਵਧੀਆ ਬਣਦਾ ਐਗਜ਼ਾਮੀਨਰ 'ਤੇ। ਉਸ ਤੋਂ ਬਾਅਦ ਆਪਾਂ ਨੇ ਇਫ ਵਿਲ ਦੀ ਸੈਂਟੈਂਸ ਵੇਰੀਏਸ਼ਨ ਪਾਤੀ, ਜਿਹੜੀ ਕਿ ਬੜੀ ਇਫੈਕਟਿਵ ਵੇਰੀਏਸ਼ਨ ਹੈ ਫਰੈਂਡਸ। ਜੇਕਰ ਤੁਸੀਂ ਇਹਨੂੰ ਯੂਜ਼ ਕਰੋਗੇ ਨਾ ਤਾਂ ਡੈਫੀਨੇਟਲੀ 7 ਬੈਂਡ ਲੈ ਸਕਦੇ ਹੋ ਆਪਣੀ ਰਾਈਟਿੰਗ ਦੇ ਵਿੱਚੋਂ। ਨੈਕਸਟ ਹੈ ਫਰੈਂਡਸ, ਉਸ ਤੋਂ ਬਾਅਦ ਆਪਾਂ ਨੇ ਟੂ ਬੀ ਮੋਰ ਪ੍ਰੀਸਾਈਜ਼ ਦਾ ਕਨੈਕਟਰ ਯੂਜ਼ ਕਰਤਾ, ਜਿਹੜਾ ਕਿ ਇੱਕ 9 ਬੈਂਡ ਕਨੈਕਟਰ ਹੈ, ਅਤੇ ਪੇਰੈਂਟਸ ਦਾ ਸਿਨੋਨਿਮ ਯੂਜ਼ ਕੀਤਾ, ਵੋਕੈਬਲਰੀ, ਗਾਰਡੀਅਨਸ, ਅਤੇ ਉਸ ਤੋਂ ਇਲਾਵਾ ਆਪਾਂ ਨੇ ਇਨੋਰਮਸ ਚੇਂਜ ਯੂਜ਼ ਕੀਤਾ, ਇੱਕ ਬਿਗ ਚੇਂਜ ਨੂੰ ਲਿਖਣ ਦੇ ਲਈ, ਬਹੁਤ ਵੱਡੀ ਚੇਂਜ ਨੂੰ ਲਿਖਣ ਦੇ ਲਈ ਇਨੋਰਮਸ ਚੇਂਜ ਯੂਜ਼ ਕਰਤਾ, ਇੱਕ ਵੋਕੈਬਲਰੀ ਵਰਡ। ਉਸ ਤੋਂ ਨੈਕਸਟ ਹੈ ਫਰੈਂਡਸ ਕਿ ਆਪਾਂ ਨੇ ਹੋਰ ਵੀ ਵੋਕੈਬਲਰੀ ਵਰਡ ਜਿਵੇਂ ਨੌਨਸੈਂਸ ਥਿੰਗਸ ਹੋ ਗਿਆ ਜਾਂ ਫਾਈਨੈਂਸ਼ੀਅਲ ਲਿਟਰੇਸੀ ਸਬਜੈਕਟਸ ਹੋ ਗਿਆ, ਇਸ ਤਰ੍ਹਾਂ ਦੇ ਕੁਝ ਵੋਕੈਬਲਰੀ ਵਰਡ ਹੋਰ ਵੀ ਯੂਜ਼ ਕੀਤੇ ਨੇ, ਜਿਨ੍ਹਾਂ ਕਰਕੇ ਜਿਹੜਾ ਆਪਣਾ ਇਹ BP ਹੈ ਇਹ ਇੱਕ 8 ਬੈਂਡ ਵਾਲੇ ਸਟੂਡੈਂਟ ਦਾ ਬੋਡੀ ਪੈਰਾਗ੍ਰਾਫ ਬਣ ਗਿਆ। ਇਹੀ ਡਿਫਰੈਂਸ ਹੁੰਦਾ ਫਰੈਂਡਸ, ਇੱਕ 6 ਬੈਂਡ ਵਾਲਾ ਸਟੂਡੈਂਟ ਲਿਖੂਗਾ ਸਿੰਪਲ, ਜਿਹਦੇ 'ਚ ਸੈਂਟੈਂਸ ਵੇਰੀਏਸ਼ਨਸ ਵੀ ਨਹੀਂ ਹੋਣਗੀਆਂ, ਜਿਹਦੇ 'ਚ ਵੋਕੈਬਲਰੀ ਵੀ ਨਹੀਂ ਹੋਊਗੀ। 8 ਬੈਂਡ ਵਾਲਾ ਸਟੂਡੈਂਟ ਲਿਖੂਗਾ ਜਿਹਦੇ 'ਚ ਸੈਂਟੈਂਸ ਵੇਰੀਏਸ਼ਨਸ ਹੋਣਗੀਆਂ ਅਤੇ ਵੋਕੈਬਲਰੀ ਵੀ ਬਹੁਤ ਜ਼ਿਆਦਾ ਹੋਊਗੀ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਵੋਕੈਬਲਰੀ ਹੋਊ। ਇਸ ਟਾਸਕ ਦੇ ਵਿੱਚ ਬਹੁਤ ਘੱਟ ਵੋਕੈਬਲਰੀ ਹੈ, ਉਹ ਮੈਂ ਜਾਣ ਕੇ ਰੱਖੀ ਹੈ ਫਰੈਂਡਸ, ਜਾਣ ਬੁੱਝ ਕੇ ਘੱਟ ਕਰੀ ਹੈ, ਕਿਉਂਕਿ ਕਈ ਸਟੂਡੈਂਟ ਦਾ ਜੋ ਲੈਵਲ ਹੈ ਉਹ 5.5 ਵਾਲਾ ਹੈ ਜਾਂ 6 ਵਾਲਾ ਹੈ। ਜੇਕਰ ਵੋਕੈਬਲਰੀ ਜ਼ਿਆਦਾ ਪਾਤੀ ਤਾਂ ਉਹਨਾਂ ਨੂੰ ਸੈਂਟੈਂਸ ਵੇਰੀਏਸ਼ਨਸ ਸਮਝ ਨਹੀਂ ਆਉਣੀਆਂ, ਜਿਹਦੇ ਕਰਕੇ
ਉਹਨਾਂ ਨੂੰ ਜ਼ਿਆਦਾ ਫਾਇਦਾ ਨਹੀਂ ਹੋਣਾ ਵੀਡੀਓਜ਼ ਦੇਖਣ ਦਾ। ਇਸ ਕਰਕੇ ਫਰੈਂਡਸ ਮੈਂ ਇਹ 'ਚ ਜੋ ਵੋਕੈਬਲਰੀ ਹੈ ਉਹ ਘਟਾ ਕੇ ਰੱਖੀ ਹੈ ਤਾਂ ਜੋ ਸਟੂਡੈਂਟ ਈਜ਼ੀਲੀ ਸਮਝ ਲਵੇ। ਹੁਣ ਆਪਾਂ ਨੈਕਸਟ ਦੇਖਦੇ ਹਾਂ ਫਰੈਂਡਸ। ਨੈਕਸਟ ਆਪਾਂ ਨੇ ਕਰਨਾ ਹੈ ਕਨਕਲੂਜਨ। ਹੁਣ ਇਹਦਾ ਸਾਰੇ ਦਾ ਨਿਚੋੜ ਕੱਢਣਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਨਕਲੂਜਨ। ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਸਟੂਡੈਂਟ ਲਿਖਦੇ ਨੇ ਟੂ ਕਨਕਲੂਡ ਜਾਂ ਇਨ ਕਨਕਲੂਜਨ। ਤਾਂ ਫਰੈਂਡਸ ਮੈਂ ਤੁਹਾਨੂੰ ਇੱਕ ਵਧੀਆ ਵੋਕੈਬਲਰੀ ਵਰਡ ਦੇ ਦਿੰਦਾ ਕਨਕਲੂਜਨ ਦੇ ਲਈ। ਤੁਸੀਂ ਲਿਖਿਆ ਕਰੋ ਟੂ ਰਿਕੈਪਚੁਲੇਟ। ਇਹਦਾ ਮਤਲਬ ਵੀ ਸੇਮ ਹੈ, ਇਹ ਕਨਕਲੂਜਨ ਦਾ ਸਰਨੀਮ ਹੈ ਕਿ ਰਿਕੈਪਚੁਲੇਟ ਕਰਦੇ ਹਾਂ, ਰੀਕੈਪ ਦੇਖਦੇ ਹਾਂ ਹੁਣ ਸਾਰਾ। ਟੂ ਰਿਕੈਪਚੁਲੇਟ, even though finance management leads to an increase in the cost of studying in school, nevertheless it will help us to manage our wealth and succeed in business career। ਫਰੈਂਡਸ ਹੁਣ ਆਪਾਂ ਨੇ ਦੇਖਿਆ ਕਿ ਕਨਕਲੂਜਨ ਦੇ ਵਿੱਚ ਕੀ ਲਿਖਿਆ, ਕਹਿੰਦਾ ਭਾਵੇਂ ਈਵਨ ਦੋ, ਭਾਵੇਂ ਜਿਹੜਾ ਫਾਈਨੈਂਸ ਮੈਨੇਜਮੈਂਟ ਹੈ ਇਸ ਦੇ ਨਾਲ ਕਹਿੰਦਾ ਕੋਸਟ ਇਨਕਰੀਜ਼ ਹੋ ਸਕਦੀ ਹੈ, ਫੀਸ ਇਨਕਰੀਜ਼ ਹੋ ਸਕਦੀ ਹੈ ਸਕੂਲ ਦੀ, ਫਿਰ ਵੀ ਇਟ ਵਿਲ ਹੈਲਪ ਅਸ ਟੂ ਮੈਨੇਜ ਆਰ ਵੈਲਥ ਐਂਡ ਸਕਸੀਡ ਇਨ ਅ ਬਿਜ਼ਨਸ ਕੈਰੀਅਰ। ਫਿਰ ਵੀ ਕਹਿੰਦਾ ਜਿਹੜਾ ਇਹ ਹੈ ਨਾ ਜੋ ਫਾਈਨੈਂਸ ਮੈਨੇਜਮੈਂਟ ਦਾ ਜਿਹੜਾ ਆਪਾਂ ਨੂੰ ਟੀਚ ਕਰਨਗੇ ਉਹ ਕਹਿੰਦਾ ਆਪਣੀ ਹੈਲਪ ਕਰੂਗਾ ਫਿਊਚਰ ਦੇ ਵਿੱਚ ਵੈਲਥ ਨੂੰ ਮੈਨੇਜ ਕਰਨ ਦੇ ਲਈ ਅਤੇ ਬਿਜ਼ਨਸ ਕੈਰੀਅਰ ਦੇ ਵਿੱਚ ਕਾਮਯਾਬੀ ਹਾਸਿਲ ਕਰਨ ਦੇ ਲਈ ਆਪਣੀ ਹੈਲਪ ਕਰੂਗਾ, ਜੋ ਵੀ ਆਪਾਂ ਫਾਈਨੈਂਸ ਮੈਨੇਜਮੈਂਟ ਬਾਰੇ ਸਿੱਖਾਂਗੇ ਸਕੂਲ ਦੇ ਵਿੱਚ। ਹੁਣ ਦੇਖੋ ਫਰੈਂਡਸ ਕੀ ਹੋਇਆ ਕਿ ਆਪਾਂ ਨੇ ਆਲਦੋ ਤੇ ਹਾਊਐਵਰ ਦੀ ਵੇਰੀਏਸ਼ਨ ਪਾਤੀ ਸੀ ਪਹਿਲਾਂ। ਹੁਣ ਆਪਾਂ ਆਲਦੋ ਨੂੰ ਰਿਪੀਟ ਨਹੀਂ ਕਰਨਾ ਚਾਹੁੰਦੇ। ਆਪਾਂ ਨੇ ਕਨਕਲੂਜਨ ਦੇ ਵਿੱਚ ਕੀ ਕੀਤਾ, ਈਵਨ ਦੋ ਤੇ ਨੈਵਰ ਦਾ ਲੈਸ ਦੀ ਵੇਰੀਏਸ਼ਨ ਪਾਤੀ ਜਿਹੜੀ ਕਿ ਇੱਕ 8 ਬੈਂਡ ਵਾਲਾ ਸਟੂਡੈਂਟ ਯੂਜ਼ ਕਰਦਾ। ਹੁਣ ਦੇਖੋ ਫਰੈਂਡਸ ਓਵਰਆਲ ਦੇਖੋ ਕਿ ਇੱਕ ਵੋਕੈਬਲਰੀ ਵਰਡ 9 ਬੈਂਡ ਵੋਕੈਬਲਰੀ ਵਰਡ ਹੋ ਗਿਆ, ਸੈਂਟੈਂਸ ਵੇਰੀਏਸ਼ਨ ਵੀ ਪਾਤੀ ਕਨਕਲੂਜਨ ਦੇ ਵਿੱਚ, ਇੱਕ ਇਫੈਕਟਿਵ ਕਨਕਲੂਜਨ ਕੱਢਤਾ ਆਪਾਂ ਨੇ। ਜਦੋਂ ਐਗਜ਼ਾਮੀਨਰ ਐਂਡ ਤੇ ਇਸ ਕਨਕਲੂਜਨ ਨੂੰ ਪੜ੍ਹੇਗਾ ਤਾਂ ਉਹ ਡੈਫੀਨੇਟਲੀ ਇੰਪ੍ਰੈਸ ਹੋਵੇਗਾ ਤੁਹਾਡੀ ਸੈਂਟੈਂਸ ਵੇਰੀਏਸ਼ਨ ਤੋਂ ਤੇ ਤੁਹਾਡੇ ਇੱਕ 9 ਬੈਂਡ ਵੋਕੈਬਲਰੀ ਵਰਡ ਤੋਂ, ਜਿਹਦੇ ਕਰਕੇ ਉਹਦਾ ਐਂਡ ਤੇ ਜੋ ਇੱਕ ਸਟੂਡੈਂਟ ਦਾ ਸਕੋਰ ਹੈ ਉਹ ਡੈਫੀਨੇਟਲੀ ਇਨਕਰੀਜ਼ ਹੋਊਗਾ ਇਹ ਵੇਰੀਏਸ਼ਨਸ ਯੂਜ਼ ਕਰਕੇ ਤੇ ਇਹ ਵੋਕੈਬਲਰੀ ਵਰਡਸ ਯੂਜ਼ ਕਰਕੇ। ਹੁਣ ਦੇਖੋ ਫਰੈਂਡਸ ਜਿਹੜੀ ਆਪਾਂ ਨੇ ਸਟਾਰਟਿੰਗ ਕੀਤੀ ਹੈ SSC ਦੀ, ਸਿੰਸ ਦਾ 21st century is commenced, there is no doubt that children spend their most of time in school। ਕਿ ਜਿਹੜੀ ਆਪਾਂ ਨੇ ਸਟਾਰਟਿੰਗ ਕੀਤੀ ਹੈ SSC ਦੀ, ਸਿੰਸ ਤੋਂ ਬਾਅਦ ਕੋਮਾ ਲਗਾਇਆ, ਕਮੈਂਸਡ ਤੋਂ ਬਾਅਦ ਪਹਿਲਾਂ ਸਿੰਸ ਦੀ ਇੱਕ ਸਿੰਸ ਦੀ ਵੇਰੀਏਸ਼ਨ ਬਣ ਗਈ ਜਿਹੜੀ ਕਿ 8 ਬੈਂਡ ਵਾਲਾ ਸਟੂਡੈਂਟ ਯੂਜ਼ ਕਰਦਾ ਹੈ। ਇੱਕ ਸਿੰਸ ਦੀ ਵੇਰੀਏਸ਼ਨ ਤੋਂ ਆਪਾਂ ਨੇ ਸਟਾਰਟਿੰਗ ਕਰਤੀ ਜਿਹਦੇ ਨਾਲ ਆਪਣੀ ਜਿਹੜੀ ਰੀਫਰੇਜ਼ਿੰਗ ਹੈ, ਆਪਣੇ ਟਾਸਕ ਦੀ ਜੋ ਟਾਸਕ ਸਟੇਟਮੈਂਟ ਦੀ ਜੋ ਰੀਫਰੇਜ਼ਿੰਗ ਹੈ ਉਹ ਇਫੈਕਟਿਵ ਬਣ ਗਈ, ਜਿਹਦੇ ਨਾਲ ਆਪਣਾ ਇੰਪ੍ਰੈਸ਼ਨ ਹੈ ਜੋ ਬਹੁਤ ਵਧੀਆ ਬਣੇਗਾ ਐਗਜ਼ਾਮੀਨਰ 'ਤੇ। ਉਸ ਤੋਂ ਬਾਅਦ ਆਪਣੇ ਨੈਕਸਟ ਲਾਈਨ ਦੇ ਵਿੱਚ ਫਰੈਂਡਸ ਕੀ ਕੀਤਾ, ਦੇਅਰਫੋਰ ਲਗਾ ਕੇ ਆਪਾਂ ਨੇ ਲਾਈਨ ਸਟਾਰਟ ਕਰਤੀ ਜਿਹਦੇ ਨਾਲ ਇੱਕ ਹੋਰ ਸੈਂਟੈਂਸ ਵੇਰੀਏਸ਼ਨ ਪੈ ਗਈ ਕਿ ਆਪਾਂ ਇੱਕ ਕਨੈਕਟਰ ਤੋਂ ਡਾਇਰੈਕਟ ਲਾਈਨ ਸਟਾਰਟ ਕਰਤੀ। ਤੇ ਨੈਕਸਟ ਫਰੈਂਡਸ ਕੀ ਹੈ ਕਿ ਇੱਕ 6 ਬੈਂਡ ਵਾਲਾ ਸਟੂਡੈਂਟ ਹੋਵੇਗਾ ਜੋ ਉਹ ਕੀ ਕਰੇਗਾ ਕਿ ਉਹ ਕਾਪੀ ਪੇਸਟ ਲਾਈਨਸ ਯੂਜ਼ ਕਰੂਗਾ, ਥੀਸਿਸ ਲਾਈਨਸ, ਕਿ ਜੋ ਇੰਸਟੀਟਿਊਟ ਉਹਨੂੰ ਕਾਪੀ ਪੇਸਟ ਕਰਕੇ ਦਊਗਾ ਕਿ ਬੇਟਾ ਇਹ ਤੁਸੀਂ ਹਰ ਇੱਕ ਟਾਸਕ ਦੇ ਵਿੱਚ ਯੂਜ਼ ਕਰ ਲਿਆ ਕਰੋ। ਜਿਹੜੇ 6 ਬੈਂਡ ਜਾਂ 5.5 ਬੈਂਡ ਵਾਲੇ ਸਟੂਡੈਂਟ ਨੇ ਉਹ ਜ਼ਿਆਦਾਤਰ ਉਹੀ ਲਾਈਨਸ ਯੂਜ਼ ਕਰਦੇ ਰਹਿੰਦੇ ਨੇ, ਜੋ ਕਿ ਐਗਜ਼ਾਮੀਨਰ ਨੂੰ ਐਗਜ਼ੈਕਟਲੀ ਪਤਾ ਹੁੰਦਾ ਕਿ ਇਹ ਬਹੁਤ ਸਟੂਡੈਂਟ ਯੂਜ਼ ਕਰ ਰਹੇ ਨੇ, ਕਿ ਇਹ ਕੁਝ ਕਾਪੀ ਪੇਸਟ ਲਾਈਨਸ ਨੇ। ਬਟ ਇੱਕ 8 ਬੈਂਡ ਵਾਲਾ ਸਟੂਡੈਂਟ ਕੀ ਕਰੂਗਾ, ਆਲਦੋ ਹਾਊਐਵਰ ਜਾਂ ਵਾਈਲ ਦੀ ਵੇਰੀਏਸ਼ਨ ਪਾ ਕੇ ਆਪਣੀ ਖੁਦ ਦੀ ਇੱਕ ਥੀਸਿਸ ਲਾਈਨ ਕ੍ਰੀਏਟ ਕਰੂਗਾ, ਜਿਹਦੇ ਨਾਲ ਕੀ ਹੋਊਗਾ ਫਰੈਂਡਸ ਐਗਜ਼ਾਮੀਨਰ 'ਤੇ ਇੰਪ੍ਰੈਸ਼ਨ ਵਧੀਆ ਬਣੂਗਾ ਅਤੇ ਬੈਂਡ ਸਕੋਰ ਡੈਫੀਨੇਟਲੀ ਇਨਕਰੀਜ਼ ਹੋਵੇਗਾ। ਹੁਣ ਦੇਖੋ ਫਰੈਂਡਸ ਇਹ ਇੱਕ ਅਜਿਹਾ ਰਾਈਟਿੰਗ ਟਾਸਕ ਹੈ ਜਿਹਦੀ ਹਰ ਇੱਕ ਲਾਈਨ ਦੇ ਵਿੱਚ ਸੈਂਟੈਂਸ ਵੇਰੀਏਸ਼ਨ ਹੈ। ਇਸ ਕਰਕੇ ਫਰੈਂਡਸ ਮੈਂ ਕਹਿ ਰਿਹਾ ਕਿ ਇਹ ਜਿਹੜਾ ਰਾਈਟਿੰਗ ਟਾਸਕ ਹੈ ਇਹ ਇੱਕ 8 ਬੈਂਡ ਵਾਲਾ ਰਾਈਟਿੰਗ ਟਾਸਕ ਹੈ। ਹੁਣ ਨੈਕਸਟ ਬੀਪੀ 'ਚ ਕੀ ਹੈ ਫਰੈਂਡਸ, ਆਪਣੇ ਕਮੈਂਸਿੰਗ ਨਾਲ ਸਟਾਰਟ ਕੀਤਾ ਅਤੇ ਆ ਕੁਐਸਚਨ ਮਾਰਕ ਬਣਾਇਆ। ਬਹੁਤ ਰੇਅਰ ਸਟੂਡੈਂਟ ਨੇ ਫਰੈਂਡਸ ਜਿਹੜੇ ਕੁਐਸਚਨ ਮਾਰਕ ਲਾਉਂਦੇ ਨੇ, ਕੁਐਸਚਨ ਬਣਾਉਂਦੇ ਨੇ ਬੀਪੀ ਨੂੰ ਸਟਾਰਟ ਕਰਨ ਤੋਂ ਪਹਿਲਾਂ। ਇਹ 9 ਬੈਂਡ ਵਾਲੇ ਸਟੂਡੈਂਟ ਕਰਦੇ ਨੇ ਕੁਐਸਚਨ ਮਾਰਕ ਲਗਾਉਣਾ ਅਤੇ ਕਮੈਂਸਿੰਗ ਨਾਲ ਸਟਾਰਟ ਕਰਨਾ ਬੀਪੀ ਨੂੰ। ਉਸ ਤੋਂ ਬਾਅਦ ਨੈਕਸਟ ਇੱਕ ਇਹ ਵੇਰੀਏਸ਼ਨ ਹੋ ਗਈ ਆਪਣੀ ਕੁਐਸਚਨ ਮਾਰਕ ਵਾਲੀ ਜਿਹੜੀ ਕਿ ਯੂਨੀਕ ਹੈ ਸਭ ਤੋਂ। ਉਸ ਤੋਂ ਬਾਅਦ ਫਰੈਂਡਸ ਆਪਾਂ ਨੇ ਐਜ਼ ਵੈਲ ਐਜ਼ ਯੂਜ਼ ਕਰਤਾ ਨੈਕਸਟ ਲਾਈਨ ਦੇ ਵਿੱਚ। ਉਸ ਤੋਂ ਨੈਕਸਟ ਫਰੈਂਡਸ ਆਪਾਂ ਨੇ ਟੂ ਐਲੂਸੀਡੇਟ ਯੂਜ਼ ਕਰਤਾ ਜਿਹੜਾ ਕਿ ਇੱਕ 9 ਬੈਂਡ ਵੋਕੈਬਲਰੀ ਵਰਡ ਹੈ ਅਤੇ ਇੱਕ ਕਨੈਕਟਰ ਹੈ। ਅਤੇ ਉਸ ਲਾਈਨ ਦੇ ਵਿੱਚ ਆਪਾਂ ਨੇ ਕੀ ਕੀਤਾ ਫਰੈਂਡਸ,
ਨਾਟ ਓਨਲੀ ਬਟ ਆਲਸੋ ਦੀ ਸੈਂਟੈਂਸ ਵੇਰੀਏਸ਼ਨ ਯੂਜ਼ ਕਰਤੀ, ਇੱਕ ਕੰਪਲੈਕਸ ਸੈਂਟੈਂਸ ਬਣਾਤਾ ਜਿਹਦੀ ਇੱਕ ਡੈਫੀਨੇਟਲੀ ਵਧੀਆ ਇੰਪ੍ਰੈਸ਼ਨ ਪੈਂਦਾ ਤੇ ਇੱਕ ਕੰਪਲੈਕਸ ਸੈਂਟੈਂਸ ਵੀ ਬਣ ਗਿਆ। ਤੇ ਨੈਕਸਟ ਲਾਈਨ ਦੇ ਵਿੱਚ ਫਰੈਂਡਸ ਆਪਾਂ ਨੇ ਕੀ ਕੀਤਾ, ਜੈਰਨ ਫਾਰਮ ਬਣਾਤੀ, ਜੈਰਨ ਫਾਰਮ ਨਾਲ ਸਟਾਰਟ ਕਰਤੀ ਅਗਲੀ ਲਾਈਨ। ਉਸ ਤੋਂ ਜਿਹੜੀ ਅਗਲੀ ਲਾਈਨ ਹੈ ਫਰੈਂਡਸ ਉਹ ਆਪਣੇ ਕੌਨਸੀਕੁਐਂਟਲੀ ਇੱਕ ਕਨੈਕਟਰ ਲਗਾਤਾ, ਇੱਕ ਵਧੀਆ ਹਾਈ ਬੈਂਡ ਵੋਕੈਬਲਰੀ ਵਰਡ ਲਗਾਤਾ ਕੌਨਸੀਕੁਐਂਟਲੀ, ਉਹਦੇ ਨਾਲ ਆਪਾਂ ਨੇ ਸਟਾਰਟ ਕਰਤੀ। ਹੁਣ ਤੁਸੀਂ ਫਰੈਂਡਸ ਖੁਦ ਦੇਖੋ ਕਿ ਇੰਨੀਆਂ ਆਪਣੀ ਹਰ ਇੱਕ ਲਾਈਨ ਦੇ ਵਿੱਚ ਇੱਕ ਯੂਨੀਕ ਸੈਂਟੈਂਸ ਵੇਰੀਏਸ਼ਨ ਹੈ ਤੇ ਹਰ ਇੱਕ ਲਾਈਨ ਦੇ ਵਿੱਚ ਸੈਂਟੈਂਸ ਵੇਰੀਏਸ਼ਨ ਪਾਈ ਹੈ। ਤੇ ਡੈਫੀਨੇਟਲੀ ਫਰੈਂਡਸ ਜੇਕਰ ਤੁਸੀਂ ਇਸ ਤਰ੍ਹਾਂ ਇੱਕ ਵਧੀਆ ਰਾਈਟਿੰਗ ਐਸੇ ਲਿਖੋਗੇ, ਇੰਨੀਆਂ ਸੈਂਟੈਂਸ ਵੇਰੀਏਸ਼ਨਸ ਦਿਖਾਓਗੇ ਐਗਜ਼ਾਮੀਨਰ ਨੂੰ, ਡੈਫੀਨੇਟਲੀ ਐਗਜ਼ਾਮੀਨਰ ਸਮਝ ਜਾਵੇਗਾ ਕਿ ਤੁਹਾਡੀ ਇੰਗਲਿਸ਼ 'ਤੇ ਕਮਾਂਡ ਬਹੁਤ ਜ਼ਿਆਦਾ ਹੈ ਤੇ ਤੁਹਾਡੀ ਰਾਈਟਿੰਗ ਬਹੁਤ ਹੀ ਇਫੈਕਟਿਵ ਹੈ ਤੇ ਐਗਜ਼ਾਮੀਨਰ ਇੰਪ੍ਰੈਸ ਹੋਵੇਗਾ, ਜਿਹਦੇ ਕਰਕੇ ਉਹ ਆਪਣਾ ਬੈਂਡ ਸਕੋਰ ਡੈਫੀਨੇਟਲੀ ਵਧੀਆ ਲਗਾਵੇਗਾ। ਤੇ ਮੈਂ ਗਰੰਟਿਡ ਕਹਿਣਾ ਫਰੈਂਡਸ ਕਿ ਇਹ ਇੱਕ 8 ਬੈਂਡ ਦਾ ਰਾਈਟਿੰਗ ਟਾਸਕ ਹੈ, ਜਿਹਦੇ ਹਰ ਇੱਕ ਲਾਈਨ ਦੇ ਵਿੱਚ ਇੱਕ ਯੂਨੀਕ ਸੈਂਟੈਂਸ ਵੇਰੀਏਸ਼ਨ ਹੈ। ਉਮੀਦ ਕਰਦਾ ਹਾਂ ਫਰੈਂਡਸ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਫਰੈਂਡਸ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਵੀਡੀਓ ਨੂੰ ਬਣਾਉਣ ਦੇ ਲਈ। ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਫਰੈਂਡਸ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਵੇਂ ਲੱਗੀ। ਤਾਂ ਮਿਲਦੇ ਹਾਂ ਫਰੈਂਡਸ ਕਿਸੇ